हाँ जी, वाहिगुरु जी का खालसा वाहिगुरु जी की फतेह। इस सब तो पहला तुहाडे सारिਆਂ ਦਾ स्वागत है। सतवंत सिंह संधू मुरकवाला फेसबुक ਦੇ लाइव देखने वालिਆਂ ਦਾ बहुत बहुत धन्यवाद है कि ਜਦੋਂ भी लाइव ਹੋਈਦਾ ਆ ਤੁਸੀਂ ਨਾਲ ਦੀ ਨਾਲ ਜੁੜ ਜਾਂਦੇ ਹੋ, ਅੱਗੇ ਸ਼ੇਅਰ ਕਰ ਦਿੰਦੇ ਹੋ ਤੇ ਅੱਗੇ ਆਪਣੀਆਂ ਜੋ ਵਿਚਾਰਾਂ ਸਾਂਝੀਆਂ ਆਪਾਂ ਕਰੀਦੀਆਂ ਨੇ ਤੇ ਤੁਸੀਂ ਉਹਨਾਂ ਨੂੰ ਅੱਗੇ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਦਾ ਹੀ ਪਹੁੰਚਾਉਂਦੇ ਤਾਂ ਕਿ ਆਪਣੀ ਆਵਾਜ਼ ਹੈ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਅੱਜ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਉਹ ਪਹੁੰਚ ਜਾਵੇ। ਸੋ ਬੜਾ ਧੰਨਵਾਦ ਪਹਿਲਾਂ ਮੈਂ ਆਪਣੇ ਸਾਰੇ ਫੇਸਬੁੱਕ ਵਾਲੇ ਜਿੰਨੇ ਮੇਰੇ ਵੀਰ ਨੇ ਫਰੈਂਡ ਨੇ ਜਿਨ੍ਹਾਂ ਦੀਆਂ ਫਰੈਂਡ ਰਿਕੁਐਸਟ ਆਈਆਂ ਉਹਨਾਂ ਦਾ ਵੀ ਧੰਨਵਾਦ। ਰਿਸੀਵ ਨਹੀਂ ਕਰ ਪਾ ਰਿਹਾ ਅਜੇ, ਟਾਈਮ ਨਹੀਂ ਮਿਲ ਰਿਹਾ ਤੇ ਜਿਹੜੇ ਵੇਖ ਰਹੇ ਤੁਸੀਂ ਅੱਗੇ ਸ਼ੇਅਰ ਕਰ ਦਿਓ ਆਪਣੇ ਗਰੁੱਪਾਂ ਦੇ ਵਿੱਚ ਤੇ WhatsApp ਤੇ ਕਰ ਦਿਓ। ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ। ਸੋ ਮੇਰੇ ਵੀਰੋ ਆਪਾਂ ਅੱਜ ਗੱਲ ਕਰਾਂਗੇ, ਅੱਧਾ ਕੁ ਘੰਟੇ ਦੀ ਆਪਣੀ ਗੱਲਬਾਤ ਹੈ ਪੂਰੀ ਚੱਲੂਗੀ। ਜਿਹੜਾ ਹੁਣ ਆਪਣਾ ਕਿਸਾਨੀ ਸੰਘਰਸ਼ ਹੈ ਪੂਰੇ ਜ਼ੋਰਾਂ ਤੇ ਚੱਲ ਰਿਹਾ ਆ ਤੇ ਉਹਦੀ ਆਪਾਂ ਨੂੰ ਕਿਤੇ ਨਾ ਕਿਤੇ ਜਿੱਤ ਪ੍ਰਾਪਤ ਜਿਹੜੀ ਆ ਹੋਣ ਜਾ ਰਹੀ ਹੈ। ਸੋ ਆਪਾਂ ਮੇਨ ਮੁੱਦੇ ਤੇ ਆਉਣੇ ਆ। ਸੋ ਤੁਸੀਂ ਮੈਨੂੰ ਲੱਗਦਾ ਕਾਫੀ ਜਣੇ ਜੁੜ ਗਏ ਹੋ। ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ। ਆਪਣੀ ਗੱਲਬਾਤ ਇਹ ਅੱਧਾ ਪੌਣਾ ਘੰਟਾ ਵੀ ਲੱਗ ਗਿਆ, ਕੋਈ ਗੱਲ ਨਹੀਂ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੇ ਜੋ ਚੀਜ਼ ਲਿਖੀ ਹੈ ਉਹਨੂੰ ਆਪਾਂ ਪਹਿਲਾਂ ਉਸ ਚੀਜ਼ 'ਤੇ ਗੱਲਬਾਤ ਕਰਾਂਗੇ, ਫਿਰ ਅੱਗੇ ਤੋਂ ਅੱਗੇ ਜਿਵੇਂ ਗੱਲਾਂ ਬਾਤਾਂ ਸਾਂਝੀਆਂ ਹੁੰਦੀਆਂ ਆਈਆਂ ਤੇ ਸਾਰੇ ਆਪਾਂ ਰਲ ਮਿਲ ਕੇ ਇਹ ਕੰਮ ਕਰਨਾ ਹੈ ਜੀ। ਸੋ ਬਹੁਤ ਬਹੁਤ ਧੰਨਵਾਦ। ਕਿੰਨੇ ਹੋ ਗਏ ਬਾਈ? ਠੀਕ ਹੈ ਜੀ। ਤੇ ਸੋ ਭਾਜੀ ਦੁਬਾਰਾ ਫਿਰ ਸਾਰੇ ਜਿੰਨੇ ਤੁਸੀਂ ਵੇਖ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਅੱਜ ਮੈਂ ਸਾਰਾ ਦਿਨ ਹੀ ਤਕਰੀਬਨ ਵੀ ਆਪਾਂ ਦੇਖਿਆ ਅੱਜ ਜੋ ਲਾਈਵ ਅੱਜ ਆਪਣੇ ਪੰਜਾਬ ਦਾ ਇਤਿਹਾਸਕ ਦਿਨ ਕਹਿ ਸਕਦੇ ਹਾਂ ਤੇ ਵੀ ਪੰਜਾਬ ਨੂੰ ਅਖੀਰਲੀ ਕੜੀ 'ਤੇ ਆ ਕੇ ਬਚਾਉਣ ਵਾਸਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਸਿਆਸੀ ਲੋਕ ਇੱਕ ਮੰਚ 'ਤੇ ਇਕੱਠੇ ਹੋਏ ਨੇ ਅੱਜ ਤੋਂ। ਸੋ ਸਭ ਤੋਂ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ, ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਫਾਜ਼ਿਲਕਾ ਦੇ ਹੋਣ 'ਤੇ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ, ਜਿੰਨੀਆਂ ਵੀ ਸਿਆਸੀ ਧਿਰਾਂ ਨੇ ਪੰਜਾਬ ਦੀਆਂ, ਕਿ ਤੁਸੀਂ ਅੱਜ ਇੱਕ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਲੋਕ ਰਾਜਨੀਤਿਕ ਲੋਕ ਨੇ ਪੰਜਾਬ ਨੂੰ ਬਚਾਉਣ ਦੇ ਖਾਤਰ ਅੱਜ ਇਕੱਠੇ ਹੋਏ ਹੈ। ਬੜੀ ਖੁਸ਼ੀ ਹੋਈ ਹੈ ਉਹਨਾਂ ਨੂੰ ਇਕੱਠਿਆਂ ਵੇਖ ਕੇ, ਬੜਾ ਮਾਣ ਮਹਿਸੂਸ ਹੋਇਆ ਹੈ ਕਿ ਇਹ ਇਤਿਹਾਸਕ ਦਿਨ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਇਤਿਹਾਸਕ ਦਿਨ ਹੈ ਕਿ ਜਿਸ ਦਿਨ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਰਾਜਨੀਤਿਕ ਲੋਕ ਇਕੱਠੇ ਹੋ ਕੇ ਇਕਜੁੱਟਤਾ ਹੋਏ ਇੱਕ ਮੰਚ 'ਤੇ ਤਾਇਆ ਸਿਵਾਏ ਬੀਜੇਪੀ ਨੂੰ ਛੱਡ ਕੇ। ਸੋ ਇਹ ਜਿਹੜੇ ਅੱਜ ਇਕੱਠੇ ਹੋਏ ਆ, ਕਾਸ਼ ਕਿਤੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਅਸੀਂ ਇਕੱਠੇ ਹੁੰਦੇ ਆਪਣੇ ਪੰਜਾਬ ਦੀ ਖਾਤਰ ਤੇ ਅੱਜ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ। ਚਲੋ ਸਿਆਣੇ ਕਹਿੰਦੇ ਆ ਦੇਰ ਆਏ ਦਰੁਸਤ ਆਏ। ਸੋ ਇਸ ਤਰ੍ਹਾਂ ਇਕੱਠੇ ਹੋਣ 'ਤੇ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਸਾਰਿਆਂ ਦਾ ਧੰਨਵਾਦ ਕਰਦੀ ਹੈ, ਜੀ ਆਇਆਂ ਕਰਦੀ ਹੈ, ਸਵਾਗਤ ਕਰਦੀ ਹੈ ਔਰ ਆਸ ਕਰਦੀ ਹੈ ਇਹਨਾਂ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਇੱਕ ਮੁੱਠ ਇਕਜੁੱਟ ਹੋ ਕੇ ਪੰਜਾਬ ਦੇ ਵਾਸਤੇ ਲੜਾਈ ਲੜਨ, ਸੰਘਰਸ਼ ਲੜਨ। ਤੇ ਅਸੀਂ ਆਪਣੇ ਫੈਡਰੇਸ਼ਨ ਜਥੇਬੰਦੀ ਵੱਲੋਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਨਾਲ, ਕਿਸਾਨਾਂ ਦੇ ਨਾਲ, ਖੁਦ ਕਿਸਾਨ ਹੋਣ ਦੇ ਨਾਂ 'ਤੇ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜਾਂਗੇ, ਤੁਹਾਡੇ ਪਿੱਠ ਪਿੱਛੇ ਤੁਹਾਡੀ ਢਾਲ ਬਣ ਕੇ ਖੜਾਂਗੇ ਔਰ ਮੂਹਰੇ ਹੋ ਕੇ ਤੁਹਾਡੇ ਲੜਾਂਗੇ। ਸੋ ਬੜੀ ਖੁਸ਼ੀ ਹੋਈ ਹੈ, ਮਾਣ ਮਹਿਸੂਸ ਹੋਇਆ ਅੱਜ ਪੰਜਾਬੀਆਂ ਨੂੰ ਕਿ ਪੰਜਾਬ ਵਾਸਤੇ ਅੱਜ ਇਕੱਠਾ ਹੋ ਗਿਆ ਹੈ। ਦਿੱਲੀ ਦੀ ਸਰਕਾਰ ਦੀਆਂ ਜਿਹੜੀਆਂ ਨੇ ਉਹ ਜੜ੍ਹਾਂ ਹਿੱਲ ਗਈਆਂ ਇੱਕ ਤਰ੍ਹਾਂ ਦੀਆਂ। ਉਹਨਾਂ ਨੇ ਛੋਟਾ ਜਿਹਾ ਸੂਬਾ ਸਮਝਿਆ ਹੈ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਸ਼ਾਇਦ ਅਸੀਂ ਇਹਨਾਂ ਨੂੰ ਖੇਰੂ ਕਰ ਦਾਂਗੇ। ਬੜੇ ਜ਼ੋਰ ਅਜਮਾਏ ਉਹਨਾਂ ਨੇ, ਬੜੇ ਪ੍ਰਾਪੋਗੰਡੇ ਕੀਤੇ ਆ, ਬੜੇ ਤਾਰ ਪੀੜੋ ਕਰਨ ਦੇ ਕੀਤੇ, ਪਰ ਉਹਨਾਂ ਦਾ ਵੱਸ ਨਹੀਂ ਚੱਲ ਰਿਹਾ। ਬਹੁਤ ਇੰਨੇ ਦਿਨਾਂ ਤੋਂ ਦਿਨ ਤੇ ਰਾਤ ਮਿਹਨਤ ਕਰ ਰਹੇ ਜਿਹੜੇ ਨੌਜਵਾਨ ਨੇ, ਕਿਸਾਨ ਨੇ, ਉਹਨਾਂ ਨੂੰ ਅੱਜ ਆਸ ਦੀ ਜਿਹੜੀ ਕਿਰਨ ਹੈ ਨਜ਼ਰ ਆਈ ਹੈ। ਤੇ ਮੈਨੂੰ ਵੀ ਇਸ ਗੱਲ ਦੀ ਮਾਣ ਮਹਿਸੂਸ ਹੋਇਆ ਵੀ ਚਲੋ ਜੋ ਸਾਡੇ ਕਿਸਾਨਾਂ ਦੀ ਮੰਗ ਸੀ, ਨੌਜਵਾਨਾਂ ਦੀ ਮੰਗ ਸੀ ਵੀ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ ਤੇ ਬੜੀ ਵਧੀਆ ਗੱਲ ਹੈ। ਤੋ ਸੋ ਜੋ ਉੱਥੋਂ ਦੇ ਆਪਾਂ ਗੱਲ ਕਰ ਦਿੰਦੇ ਹਾਂ। ਹੁਣ ਗੱਲ ਕਰਦੇ ਆਪਣੇ ਮੇਨ ਮੁੱਦੇ 'ਤੇ ਵੀ ਕੈਪਟਨ ਸਾਹਿਬ ਨੇ ਜੋ ਬਿਆਨ ਦਿੱਤਾ, ਬਾਕੀ ਚਲੋ ਆਪਾਂ ਨੂੰ ਬਾਹਰ ਨਹੀਂ ਉਹ ਉਹਨਾਂ ਨੇ ਸੁਣਾਇਆ, ਜੋ ਚੀਜ਼ਾਂ ਉਹਨਾਂ ਨੇ ਬੋਲੀਆਂ, ਜੋ ਚੀਜ਼ਾਂ ਕਹੀਆਂ ਨੇ, ਤੇ ਇਸ ਤੋਂ ਸਪਸ਼ਟ ਇਹ ਹੁੰਦਾ ਹੈ
ਵੀ ਚਲੋ ਸਿਆਸੀ ਪਾਰਟੀਆਂ ਨੂੰ ਵੀ ਪੂਰਾ ਦਰਦ ਹੈ, ਕਿਉਂਕਿ ਉਹ ਆਪ ਖੁਦ ਕਿਸਾਨ ਹੈ। ਤੇ ਜੇਕਰ ਹੁਣ ਪੰਜਾਬ ਦੇ ਵਿੱਚ ਇਹ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਆ ਫੈਸਲਾ ਲੈ ਲਿਆ ਗਿਆ ਆ ਤੇ ਉਹਨੂੰ ਰਾਜਪਾਲ ਦੇ ਕੋਲ ਭੇਜ ਦਿੱਤਾ ਆ। ਜੇ ਰਾਜਪਾਲ ਉਹਦੇ ਉੱਪਰ ਸਾਈਨ ਕਰ ਦਿੰਦਾ ਆ ਜਾਂ ਨਹੀਂ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਜਿਹੜਾ ਕਿਸ ਮੋੜ ਤੇ ਜਾਂਦਾ ਇਹਨੂੰ ਕਿਵੇਂ ਵੇਖਣਾ ਪੈਣਾ ਆ। ਸੋ ਮੈਂ ਹੁਣ ਇਕੱਲੇ ਰਾਜਨੀਤਿਕ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ, ਸਾਡੇ ਪਿੰਡਾਂ ਦੇ ਵਿੱਚ ਬੈਠੇ ਹੋਏ ਨੇ ਨੌਜਵਾਨ ਵੀਰ ਭਰਾ, ਉਹਨਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਸਿਆਸੀ ਪਾਰਟੀਆਂ ਰਾਜਨੀਤਿਕ ਲੋਕ ਇਕੱਠੇ ਹੋ ਗਏ ਨੇ ਤਾਂ ਹੁਣ ਤੁਹਾਨੂੰ ਵੀ ਇਕੱਠੇ ਹੋ ਜਾਣਾ ਚਾਹੀਦਾ। ਤੁਸੀਂ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਉਹਨੂੰ ਛੱਡ ਕੇ ਇਕੱਠੇ ਹੋ ਜਾਓ ਸਾਰੇ ਮੇਰੇ ਵੀਰ। ਇੱਕ ਵਾਰੀ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਨਾਲ ਖੜ ਕੇ ਇੱਕ ਇਹਦਾ ਸਬੂਤ ਦੇ ਕੇ ਔਰ ਇਹ ਜਿਹੜੇ ਬਿੱਲ ਆ ਇਹਨਾਂ ਦੀ ਕੈਂਸਲ ਕਰਵਾਏ ਜਾਣ ਸੈਂਟਰ ਗੌਰਮੈਂਟ ਵੱਲੋਂ। ਤੇ ਇੱਕ ਖਦਸ਼ਾ ਵੀ ਪ੍ਰਗਟ ਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੈਂਟਰ ਵੱਲੋਂ ਪੰਜਾਬ ਦੇ ਵਿੱਚ ਕੀ ਕਾਰਜਗੁਜ਼ਾਰੀ ਕੀਤੀ ਜਾਂਦੀ ਹੈ, ਕੀ ਹਾਲਾਤ ਬਣਾਏ ਜਾਂਦੇ ਆ। ਦੇਖੋ ਗੱਲ ਸਪਸ਼ਟ ਇਸੇ ਗੱਲ ਤੋਂ ਹੁੰਦੀ ਪਈ ਹੈ ਵੀ ਕੈਪਟਨ ਸਾਹਿਬ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ। ਕੱਲ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸੀਗਾ ਕੁਝ ਸ਼ੰਕਿਆਂ ਨੂੰ ਲੈ ਕੇ। ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ ਸੀਗਾ ਤੇ ਆਮ ਆਦਮੀ ਪਾਰਟੀ ਨੇ ਭਵਨ ਦੇ ਵਿੱਚ ਧਰਨਾ ਲਾ ਲਿਆ ਸੀਗਾ। ਪਰ ਜਦੋਂ ਉਹ ਕਿਤੇ ਨਾ ਕਿਤੇ ਉਹ ਵਜ੍ਹਾ ਸੀਗੀ ਵੀ ਬਿੱਲ ਦੀਆਂ ਕਾਪੀਆਂ ਨਹੀਂ ਮਿਲੀਆਂ, ਪਰ ਜਦੋਂ ਉਹਨਾਂ ਨੂੰ ਬਿੱਲ ਦੀਆਂ ਕਾਪੀਆਂ ਮਿਲਦੀਆਂ ਗਈ, ਜਦੋਂ ਉਹਨਾਂ ਨੇ ਪੜ੍ਹਿਆ ਵਿਚਾਰਿਆ ਤਾਂ ਉਹ ਹਾਂ ਪੱਖੀ ਉਹਨਾਂ ਦਾ ਹੁੰਗਾਰਾ ਮਿਲਿਆ। ਤੇ ਇਸ ਗੱਲ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੂੰ ਫਿਰ ਪ੍ਰੈਸ ਵੱਲੋਂ ਜਦੋਂ ਸਵਾਲ ਪੁੱਛਿਆ ਗਿਆ ਸੀਗਾ ਹਰਪਾਲ ਚੀਮਾ ਜੀ ਨੂੰ ਕਿ ਤੁਸੀਂ ਕੱਲ ਤਾਂ ਸ਼ੰਕੇ ਪ੍ਰਗਟ ਕੀਤੇ ਸੀਗੇ ਵੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਕਿਤੇ ਮਿਲੀ ਭੁਗਤ ਸੈਂਟਰ ਨਾਲ ਚੱਲ ਰਹੀ ਹੈ, ਉਹਨਾਂ ਦਾ ਜਵਾਬ ਬੜਾ ਵਧੀਆ ਮੈਨੂੰ ਲੱਗਿਆ। ਉਹ ਕਹਿੰਦੇ ਕੱਲ ਸਾਨੂੰ ਸ਼ੰਕੇ ਪ੍ਰਗਟ ਸੀਗੇ, ਕੱਲ ਸਾਨੂੰ ਕਾਪੀਆਂ ਨਹੀਂ ਮਿਲੀਆਂ ਸੀਗੀਆਂ ਤੇ ਅਸੀਂ ਤਾਂ ਕਰਕੇ ਇਹ ਮਤਲਬ ਕਿ ਸਵਾਲ ਉਠਾ ਰਹੇ ਸੀ, ਪਰ ਜਦੋਂ ਸਾਨੂੰ ਬਿੱਲ ਦੀ ਕਾਪੀ ਮਿਲੀ ਅਸੀਂ ਉਹਨੂੰ ਪੜ੍ਹਿਆ ਤਾਂ ਸਾਡਾ ਸ਼ੰਕਾ ਜਿਹੜਾ ਦੂਰ ਹੋ ਗਿਆ ਤੇ ਇਸ ਕਰਕੇ ਅਸੀਂ ਇਹਨੂੰ ਪੂਰਾ ਸਮਰਥਨ ਦਿੱਤਾ ਹੈ, ਡਟ ਕੇ ਨਾਲ ਖੜਾਂਗੇ। ਇਸ ਬਿੱਲ ਦੇ ਵਿਰੋਧ ਦੇ ਵਿੱਚ ਪੂਰਾ ਸਮਰਥਨ ਹੈ। ਬਾਕੀ ਜਿਹੜੇ ਅੱਗੇ ਕੱਲ ਨੂੰ ਮੁਲਤਵੀ ਕਰ ਦਿੱਤੀ ਗਈ ਮੀਟਿੰਗ, ਕੱਲ ਨੂੰ 11 ਵਜੇ ਫਿਰ ਸੈਸ਼ਨ ਬੈਠੂਗਾ, ਫਿਰ ਉਹਦੇ 'ਚ ਸਾਰਾ ਕਲੀਅਰ ਹੋ ਜਾਣਾ ਆ ਵੀ ਇਹ ਕੀ ਹੋਣਾ ਆ। ਤੇ ਦੂਸਰੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀਗੇ ਸ਼ਰਨਜੀਤ ਸਿੰਘ ਜੀ ਢਿੱਲੋਂ ਜੀ, ਉਹਨਾਂ ਨੇ ਵੀ ਬੜੀ ਜ਼ਬਰਦਸਤ ਆਪਣਾ ਸਟੇਟਮੈਂਟ ਦਿੱਤੀ ਹੈ ਕਿ ਦਿੱਲੀ ਨੂੰ ਇੱਕ ਛੋਟਾ ਸੂਬਾ ਪੰਜਾਬ ਨੂੰ ਨਹੀਂ ਸਮਝਣਾ ਚਾਹੀਦਾ। ਉਹਨਾਂ ਨੇ ਕਿਹਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਾਸਤੇ ਲੜਾਂਗੇ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਵੀ ਲਹਿਰਾਂ ਉੱਠੀਆਂ ਨੇ, ਆਜ਼ਾਦੀ ਦੀ ਲਹਿਰ ਉੱਠੀ ਹੈ, ਕ੍ਰਾਂਤੀ ਦੀ ਲਹਿਰ ਉੱਠੀ ਹੈ, ਇਨਕਲਾਬ ਦੀ ਲਹਿਰ ਉੱਠੀ ਹੈ, ਇਹ ਪੰਜਾਬ 'ਚ ਉੱਠੀ ਹੈ। ਔਰ ਇਸ ਗੱਲ ਦਾ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਤੁਹਾਡੇ ਪੰਜਾਬ ਦੇ ਵਿੱਚੋਂ ਅੱਜ ਫਿਰ ਸਾਰੀਆਂ ਸਿਆਸੀ ਪਾਰਟੀਆਂ ਜੇ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਆਪਣਾ ਝੰਡਾ ਛੱਡ ਕੇ, ਤੇ ਆਪਾਂ ਵੀ ਪਿੰਡਾਂ ਦੇ ਲੋਕ, ਪਿੰਡਾਂ ਦੇ ਨੌਜਵਾਨ ਸਾਰੇ ਇਕੱਠੇ ਹੋ ਕੇ ਇੱਕਮੁੱਠ ਇਕਜੁੱਟ ਹੋ ਕੇ ਉਹ ਦਿੱਲੀ ਜਿਹੜਾ ਤਖਤ ਹੈ, ਦਿੱਲੀ ਜਿਹੜਾ ਦਰਬਾਰ ਹੈ, ਉਹਨੂੰ ਦਿਖਾ ਦੇਈਏ ਕਿ ਪੰਜਾਬ ਇੱਕ ਛੋਟਾ ਜਿਹਾ ਟੁਕੜਾ ਨਹੀਂ ਹੈ। ਇਹ ਲਹਿਰਾਂ, ਕ੍ਰਾਂਤੀ, ਇਨਕਲਾਬ ਪੰਜਾਬ 'ਚ ਉੱਠੇਗਾ ਤੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੇ ਵਾਸਤੇ ਇਹ ਇੱਕ ਤਰ੍ਹਾਂ ਦਾ ਮਸੀਹਾ ਬਣ ਕੇ ਜਿਹੜਾ ਆਏਗਾ। ਸੋ ਇਹਦੇ ਵਿੱਚ ਬਹੁਤ ਵਧੀਆ ਮੈਸੇਜ ਮਿਲਿਆ। ਇਹਦੇ ਨਾਲ ਮੈਂ ਦੇਖ ਰਿਹਾ ਫੇਸਬੁੱਕ ਦੇ ਉੱਪਰ ਕਾਫੀ ਨੌਜਵਾਨ ਨੇ ਜਿਹੜੇ ਪੋਸਟਾਂ ਪਾ ਰਹੇ ਆ ਵੀ ਬੜੀ ਵਧੀਆ ਗੱਲ ਹੈ ਕਿ ਨੌਜਵਾਨਾਂ ਦੀ ਮੰਗ ਸੀ ਕਿ ਇੱਕ ਨਾ ਸਿਆਸੀ ਪਾਰਟੀਆਂ ਸਾਰੀਆਂ ਇਕੱਠੀਆਂ ਆਪਸ 'ਚ ਲੜਦੀਆਂ ਪਈਆਂ ਨੇ ਕਿਸੇ ਨਾ ਕਿਸੇ ਗੱਲ ਤੋਂ, ਤੇ ਇਸ ਕਰਕੇ ਜਿਹੜਾ ਸਾਡਾ ਏਕਾ ਬਰਕਰਾਰ ਨਹੀਂ ਹੋ ਰਿਹਾ ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਸ਼ੰਕੇ ਸੀਗੇ। ਪਰ ਚਲੋ ਅੱਜ ਜਿਹੜਾ ਅੱਜ ਦਾ ਦਿਨ ਹੈ ਇਤਿਹਾਸਕ ਦਿਨ ਹੋ ਨਿਬੜਿਆ ਤੇ ਇਸ ਕਰਕੇ ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਦੇ ਜੋ ਦਿਨ ਹੈ। ਤੇ ਇਸ ਤੋਂ ਇਲਾਵਾ ਦੂਜੀ ਗੱਲ ਇਹ ਕਰਦੇ ਵੀ ਹੁਣ ਇਹ ਬਿੱਲ ਦੀਆਂ ਕਾਪੀਆਂ ਜਿਹੜੀਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ। ਕਿਸਾਨ 31 ਕਿਸਾਨ ਜਥੇਬੰਦੀਆਂ, 30 ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ, ਜਿਹੜੇ ਵੀ ਮੇਨ ਮੈਂਬਰ ਸਾਹਿਬਾਨ ਨੇ ਜਾਂ ਸੂਬਾ ਪ੍ਰਧਾਨ ਨੇ, ਉਹ ਇਹ ਬਿੱਲਾਂ ਦੀਆਂ ਕਾਪੀਆਂ ਲੈਣਗੇ ਔਰ ਉਹ ਪੜ੍ਹਨਗੇ, ਵਿਚਾਰਨਗੇ। ਜੇ ਉਹਨਾਂ ਨੂੰ ਸਹੀ ਲੱਗਿਆ, ਠੀਕ ਲੱਗਿਆ ਤਾਂ ਉਹ ਵੀ ਇਹ ਸਰਕਾਰਾਂ ਦੇ ਨਾਲ ਜੁੜ ਜਾਣ। ਜੇ ਕਿਤੇ ਨਾ ਕਿਤੇ ਉਹਨਾਂ ਨੂੰ ਹੋਈ 19 ਕੀ ਲੱਗਦੀ ਹੈ ਤਾਂ ਮੈਂ ਇਸ ਗੱਲ ਦੀ ਤੁਹਾਨੂੰ ਅਪੀਲ ਕਰਦਾ ਵੀ ਸਾਡੀ ਸਰਕਾਰ ਨੂੰ, ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਅੱਜ 25 ਤਰੀਕ ਤੋਂ ਲੱਗੀਆਂ ਦਿਨ ਰਾਤ ਸੰਘਰਸ਼ ਕਰਕੇ ਲੜ ਰਹੀਆਂ ਨੇ, ਉਹਨਾਂ ਦੀ ਗੱਲ ਸੁਣਨੀ ਚਾਹੀਦੀ, ਉਹਨਾਂ ਦੀ ਗੱਲ ਦੇ ਉੱਤੇ ਮੋਹਰ ਲਾਉਣੀ ਚਾਹੀਦੀ। ਜਿਹੜੀਆਂ ਗੱਲਾਂ ਉਹ ਉਹਨਾਂ ਨੂੰ ਜ਼ਰੂਰੀ ਨੇ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਨਾਲ ਕੀ ਹੋਣ ਜਾ ਰਿਹਾ ਸੀ। ਤੇ ਇਸ ਕਰਕੇ ਜਦੋਂ ਕੱਲ੍ਹ ਨੂੰ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ, ਉਹ ਫੈਸਲਾ ਵੀ ਆਪਦਾ ਦੱਸਣਗੇ। ਉਹ ਵੀ ਬੜੀ ਦੂਰ ਅੰਦੇਸ਼ੀ ਸੋਚ ਸਮਝ ਕੇ ਫੈਸਲਾ ਲੈਣਗੇ। ਸਾਨੂੰ ਮਾਣ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਵੀ ਉਹ ਇਸ ਤਰੀਕੇ ਇਹ ਬਿੱਲ ਦੀਆਂ ਕਾਪੀਆਂ ਪੜ੍ਹਨਗੇ, ਵਾਚਣਗੇ,
ਉਸ ਤੋਂ ਬਾਅਦ ਇਹਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਪੂਰੇ ਪੰਜਾਬ ਦੇ ਕਿਸਾਨ ਤੇ ਨੌਜਵਾਨ ਇਹਨਾਂ ਦੇ ਉੱਪਰ ਪੜ੍ਹ ਸਕਣ ਔਰ ਉਹਨਾਂ ਨੂੰ ਸਮਝ ਲੱਗ ਸਕੇ। ਇਹ ਬਹੁਤ ਜ਼ਰੂਰੀ ਹੈ। ਸੋਸ਼ਲ ਮੀਡੀਆ ਤੇ ਇਹ ਜਿਹੜੇ ਬਿੱਲ ਬਣਾਏ ਗਏ ਨਾ, ਮੈਂ ਚਾਹੁੰਦਾ ਵੀ ਇਹਨੂੰ ਸੋਸ਼ਲ ਮੀਡੀਆ ਤੇ ਜਨਤਕ ਕਰ ਦਿੱਤਾ ਜਾਵੇ, ਜਿਹਦੇ ਨਾਲ ਕੀ ਹੋਊਗਾ, ਹਰ ਇੱਕ ਮਤਲਬ ਕਿ ਨੌਜਵਾਨ ਦੇ ਕੋਲੇ ਪਹੁੰਚ ਜੂਗੀ। ਠੀਕ ਹੈ ਵੀਰੋ, ਇਹਦੇ ਕਰਕੇ ਲਾਈਟ ਆਨ ਕਰ ਦੇ, ਹਨੇਰਾ ਜਿਹਾ ਹੋ ਗਿਆ, ਇੱਕ ਮਿੰਟ ਮੈਂ ਕਰਦਾ। ਸੋ ਭਰਾਵੋ, ਇਸੇ ਤਰ੍ਹਾਂ ਜਿਹੜਾ ਕੀ ਹੈ ਆਪਾਂ ਨੂੰ ਰਲ ਮਿਲ ਕੇ ਸਾਥ ਦੇਣਾ ਪੈਣਾ ਆ। ਤੇ ਦੂਜੀ ਗੱਲ ਕਰ ਦਈਏ ਬੀਜੇਪੀ ਵਾਲਿਆਂ ਦੀ। ਅੱਜ ਬੀਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਬਿਲਕੁਲ ਨੰਗਾ ਹੋ ਚੁੱਕਿਆ ਹੈ। ਤੁਸੀਂ ਦੇਖ ਲਿਆ, ਬੀਜੇਪੀ ਦੇ ਕੋਈ ਵੀ ਮੈਂਬਰ ਜਿਹੜਾ ਸਦਨ ਦੇ ਵਿੱਚ ਨਹੀਂ ਪਹੁੰਚਿਆ। ਔਰ ਇੱਥੋਂ ਪਤਾ ਲੱਗਦਾ ਕਿ ਬੀਜੇਪੀ ਵਾਲੇ ਜਿਹੜੇ ਪ੍ਰਾਪੇਗੰਡਾ ਰਚਦੇ ਸੀ, ਢੋਂਗੀ ਕਿਸਾਨ ਤੈਸ਼ੀ ਹੋਣ ਦਾ ਢੋਂਗ ਰਚਾ ਰਹੇ ਸੀ, ਉਹਨਾਂ ਦਾ ਚਿਹਰਾ ਅੱਜ ਨੰਗਾ ਹੋ ਗਿਆ ਹੈ। ਇਹ ਬੀਜੇਪੀ ਹਮੇਸ਼ਾ ਹੀ ਪੰਜਾਬ ਦੀ ਵਿਰੋਧੀ ਰਹੀ ਹੈ, ਕਿਸਾਨ ਵਿਰੋਧੀ ਰਹੀ ਹੈ, ਧਰਮ ਵਿਰੋਧੀ ਰਹੀ ਹੈ, ਪੰਜਾਬ ਦੇ ਹੱਕਾਂ ਦੀ ਕਦੇ ਨਹੀਂ ਗੱਲ ਕਰੂਗੀ। ਇਹਨਾਂ ਦਾ ਅੱਜ ਚਿਹਰਾ ਬਿਲਕੁਲ ਨੰਗਾ ਹੋ ਗਿਆ ਹੈ। ਜਿਹੜੇ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਹਮਦਰਦੀ ਹੈ, ਕਿਸਾਨਾਂ ਦੇ ਨਾਲ ਖੜੇ ਹਾਂ, ਹੁਣ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ, ਉਹਨਾਂ ਨੂੰ ਵਿਜੇ ਸਾਂਪਲਾ ਨੂੰ, ਤਰਨ ਚੁੱਗ ਨੂੰ, ਅਸ਼ਵਨੀ ਸ਼ਰਮਾ ਨੂੰ, ਜਿਹੜੇ ਇਹ ਕਹਿੰਦੇ ਸੀਗੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ, ਪੰਜਾਬ ਦੇ ਨਾਲ, ਅੱਜ ਤੁਹਾਡੇ ਕਿਉਂ ਨਹੀਂ ਮੈਂਬਰ ਉਸ ਦੇ ਵਿੱਚ ਸ਼ਾਮਲ ਹੋਏ? ਸੋ ਜਿਹੜੇ ਬੀਜੇਪੀ ਤੋਂ ਅਸਤੀਫੇ ਦੇ ਕੇ ਕਿਸਾਨਾਂ ਦੇ ਨਾਲ ਖੜਨ ਜਾ ਰਹੇ ਆ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ, ਉਹਨਾਂ ਨੂੰ ਅਸੀਂ ਜੀਓ ਆਇਆਂ ਆਖਦੇ ਹਾਂ ਕਿ ਬਹੁਤ ਵਧੀਆ ਗੱਲ ਹੈ, ਤੁਸੀਂ ਬੀਜੇਪੀ ਦਾ ਬਾਈਕਾਟ ਕਰਨ ਜਾ ਰਹੇ ਹੋ। ਹੁਣ ਬੀਜੇਪੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਚੈਲੰਜ ਹੋ ਰਿਹਾ ਹੈ, ਨੌਜਵਾਨ ਕਰ ਰਿਹਾ ਇਸ ਗੱਲ ਦਾ ਚੈਲੰਜ, ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਵੜਨ ਦਾਂਗੇ। ਮੈਂ ਇੱਕ ਗੱਲ ਕਹਿਣਾ, ਸਾਰੇ ਪੰਜਾਬ ਦੇ ਨੌਜਵਾਨ ਇਕੱਠੇ ਹੋ ਗਏ ਨੇ, ਬੀਜੇਪੀ ਮੁਕਤ ਪੰਜਾਬ ਬਣਾਵਾਂਗੇ, ਅਸੀਂ ਬੀਜੇਪੀ ਮੁਕਤ ਪੰਜਾਬ ਬਣਾਵਾਂਗੇ। ਜਿਹੜੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਸਟੇਟਮੈਂਟਾਂ ਦਿੰਦੇ ਹੋ ਨਾ, ਹੁਣ ਬੀਜੇਪੀ ਵਾਲਿਓ ਤੁਸੀਂ ਪਿੰਡਾਂ 'ਚ ਵੜਨ ਦੀ ਛੱਡੋ, ਤੁਸੀਂ ਸੜਕਾਂ ਦੇ ਉੱਪਰ ਲੰਘਣ ਜੋਗੇ ਨਹੀਂ ਰਹਿ ਜਾਣਾ। ਜਿੱਥੇ ਸਾਡੇ ਨੌਜਵਾਨ ਕਿਸਾਨ ਬੈਠੇ, ਤੁਹਾਡਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਤੁਸੀਂ ਗੱਲਾਂ ਕਰਦੇ ਸੀ, ਜੇ ਹੈ ਤੁਹਾਡੇ 'ਚ ਹਿੰਮਤ, ਜਾਂਦੇ ਉਸ ਦੇ ਨਾਲ ਬਿੱਲਾਂ ਦੇ ਸਹਿਮਤੀ ਪ੍ਰਗਟ ਕਰਦੇ। ਤੁਸੀਂ ਮੋਦੀ ਦੇ ਭਗਤ ਹੋ ਔਰ ਮੋਦੀ ਦੇ ਕਹਿਣੇ ਤੇ ਚੱਲਦੇ ਹੋ। ਸੋ ਭਰਾਵੋ, ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਦਾ ਸਬਕ ਸਿੱਖਣਾ ਚਾਹੀਦਾ ਹੈ ਕਿ ਹਾਲਾਤ ਹੁਣ ਪੰਜਾਬ ਦਾ ਨੌਜਵਾਨ ਕਿਸਾਨ ਨਹੀਂ ਖਰਾਬ ਕਰੂਗਾ, ਇਹ ਹਾਲਾਤ ਬੀਜੇਪੀ ਖਰਾਬ ਕਰਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਹੁਣ ਅੱਗੇ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ, ਔਰ ਰਾਸ਼ਟਰਪਤੀ ਰਾਜ ਲਾਗੂ ਕਿਵੇਂ ਹੋਣਾ ਆ ਔਰ ਕਰਾਉਣਾ ਕਿਹਨਾਂ ਹੈ, ਇਹ ਸਾਰੀ ਬੀਜੇਪੀ ਦੀ ਚਾਲ ਹੋਊਗੀ। ਔਰ ਤੁਹਾਨੂੰ ਦਬਾਉਣ ਵਾਸਤੇ, ਤੁਹਾਨੂੰ ਮਰਵਾਉਣ ਵਾਸਤੇ। ਪੰਜਾਬ ਦੇ ਨੌਜਵਾਨੋਂ, ਕਿਸਾਨੋਂ, ਇਕੱਠੇ ਹੋ ਜਾਓ। ਜਿਸ ਤਰ੍ਹਾਂ ਅੱਜ ਰਾਜਨੀਤਿਕ ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਨੇ, ਰਲ ਕੇ ਅਸੀਂ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਹਾਂ ਕਿ ਇਹ ਦਿਨ ਜਿਹੜਾ ਆ ਇਸੇ ਤਰ੍ਹਾਂ ਸਾਡਾ ਇਕੱਠ ਇਹਨੂੰ ਵਧੇ, ਇਹਨੂੰ ਨਜ਼ਰ ਨਾ ਲੱਗੇ। ਸਾਡੇ ਪ੍ਰਮਾਤਮਾ ਗੁਰੂ ਸਾਹਿਬ ਇਵੇਂ ਕਿਰਪਾ ਬਣਾਈ ਰੱਖਣ, ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਸਮੱਤ ਬਖਸ਼ਣ, ਸੋਝੀ ਬਖਸ਼ਣ ਤੇ ਇਸ ਤਰ੍ਹਾਂ ਲੜਦੇ ਰਹਿਣ। ਔਰ ਜਿਹੜੇ ਬੀਜੇਪੀ ਵਾਲੇ ਆ, ਜਿਹੜੇ ਕਹਿ ਰਹੇ ਸੀਗੇ ਅਸੀਂ ਪਿੰਡਾਂ 'ਚ ਜਾਵਾਂਗੇ, ਅਸੀਂ ਕਿਸਾਨਾਂ ਦੇ ਵਿੱਚ ਜਾ ਕੇ ਸਮਝਾਵਾਂਗੇ, ਰੈਲੀਆਂ ਤੋਂ ਸਾਨੂੰ ਕੋਈ ਨਹੀਂ ਰੋਕਦਾ, ਆਓ ਵੜ ਕੇ ਵਿਖਾਓ ਪਿੰਡਾਂ ਦੇ ਵਿੱਚ। ਤੁਹਾਨੂੰ ਪਿੰਡਾਂ ਦੇ ਨੌਜਵਾਨ ਪਿੰਡਾਂ ਦੀਆਂ ਸੜਕਾਂ ਤੋਂ ਲੰਘਣ ਨਹੀਂ ਦੇਣਗੇ। ਮੈਂ ਇਸ ਗੱਲ ਦਾ ਤੁਹਾਨੂੰ ਚੈਲੰਜ ਕਰਦਾ ਹਾਂ। ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਪੰਜਾਬ ਦੇ ਵਿੱਚ ਬੀਜੇਪੀ ਦਾ। ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ ਨਹੀਂ ਵੜਨ ਦਾਂਗੇ। ਸੋ ਮੈਂ ਇੱਕ ਜ਼ਿਲ੍ਹਾ ਜਨਰਲ ਸਕੱਤਰ ਹੋਣ ਦੇ ਨਾਂ ਤੇ ਆਪਣੇ ਪਿੰਡ ਵੱਲੋਂ ਇਸ ਗੱਲ ਦੀ ਐਲਾਨ ਕਰਦਾ ਕਿ ਮੇਰੇ ਪਿੰਡ ਦੇ ਵਿੱਚ ਚੱਕ ਲਮੋਚੜ ਮੁਰਕਵਾਲਾ ਦੇ ਵਿੱਚ ਬੀਜੇਪੀ ਦਾ ਕੋਈ ਲੀਡਰ ਵੜਿਆ, ਕੋਈ ਆ ਕੇ ਉਸਨੇ ਗੱਲਬਾਤ ਕੀਤੀ ਕਿਸੇ ਤਰ੍ਹਾਂ ਦੀ, ਉਹ ਖੁਦ ਜ਼ਿੰਮੇਵਾਰ ਹੋਊਗਾ। ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਅਸੀਂ ਹਦਾਇਤ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਸਮਝਾ ਲੈਣਾ। ਬਿਲਕੁਲ ਆਪਣੇ ਪਿੰਡ ਦੇ ਵਿੱਚ ਨਹੀਂ ਵੜਨ ਦਿਆਂਗੇ ਅਸੀਂ ਇਹਨਾਂ ਨੂੰ, ਬੀਜੇਪੀ ਵਾਲਿਆਂ ਨੂੰ। ਬਿਲਕੁਲ ਪੂਰੇ ਪੰਜਾਬ ਦੇ ਵਿੱਚ ਬਾਈਕਾਟ ਕਰਾਵਾਂਗੇ। ਜਿੱਥੇ ਵੀ ਸਾਡੇ ਫੈਡਰੇਸ਼ਨ ਦੇ ਨੌਜਵਾਨ ਨੇ, ਸੇਵਾਦਾਰ ਨੇ, ਉਹ ਖੜੇ ਨੇ ਡਟ ਕੇ ਕਿਸਾਨਾਂ ਦੇ ਨਾਲ। ਔਰ ਪੰਜਾਬ ਦੇ ਵਾਸੀਓ, ਪੰਜਾਬ ਦੇ ਨੌਜਵਾਨੋ, ਤਗੜੇ ਹੋ ਜਾਓ। ਇਹਨਾਂ ਨੇ ਤੁਹਾਡੇ ਤੇ ਬੜੇ ਵੱਡੇ ਕਹਿਰ ਢਾਉਣੇ ਆ ਔਰ ਇਹਨਾਂ ਤੋਂ ਤੁਹਾਨੂੰ ਮੁਕਾਬਲਾ ਕਰਨਾ ਪੈਣਾ ਆ। ਰਾਸ਼ਟਰਪਤੀ ਰਾਜ ਇਹਨਾਂ ਨੇ ਕਿਵੇਂ ਲਾਗੂ ਕਰਾਉਣਾ ਹੈ, ਕਿਉਂਕਿ ਸਾਰਿਆਂ ਨੇ ਇਹ ਜਿਹੜਾ ਮਤਾ ਭੇਜ ਦਿੱਤਾ ਆ ਰਾਜਪਾਲ ਦੇ ਕੋਲ, ਤੇ ਉਹ ਜੇ ਸਾਈਨ ਕਰ ਦਿੰਦੇ ਆ ਤੇ ਤਾਂ ਵੀ ਦੋ ਮਸਲੇ ਬਣਦੇ। ਜੇ ਉਹ ਸਾਈਨ ਕਰ ਦਿੰਦੇ ਅੱਗੇ ਰਾਸ਼ਟਰਪਤੀ ਜੀ ਕੋਲ ਜਾਊਗਾ। ਹੁਣ ਤੁਸੀਂ ਦੇਖੋ, ਰਾਸ਼ਟਰਪਤੀ ਜੀ ਬਿੱਲਾਂ ਤੇ ਤੁਹਾਡੇ ਇਹਨਾਂ ਤੇ ਸਾਈਨ ਕਰਨਗੇ ਕਿ ਮੋਦੀ ਵਾਲੇ ਬਿੱਲਾਂ ਤੇ ਸਾਈਨ ਕਰਨਗੇ? ਰਾਸ਼ਟਰਪਤੀ, ਮੈਨੂੰ ਨਹੀਂ ਉਮੀਦ ਹੈ ਕਿ ਰਾਸ਼ਟਰਪਤੀ ਤੁਹਾਡੇ ਇਹਨਾਂ ਬਿੱਲਾਂ ਤੇ ਸਾਈਨ ਕਰਨਗੇ। ਅਜੇ ਤੱਕ ਤਾਂ ਸਾਨੂੰ ਰਾਜਪਾਲ ਤੇ ਵੀ ਉਮੀਦ ਨਹੀਂ ਹੈ ਵੀ ਉਹ ਸਾਈਨ ਕਰਨਗੇ ਕਿ ਨਹੀਂ ਕਰਨਗੇ। ਚਲੋ ਮੰਨਿਆ, ਉਹ ਪੰਜਾਬ ਦੇ ਹਤੈਸ਼ੀ ਹੋਣ ਦੇ, ਕਿਸਾਨਾਂ ਦੇ ਹੱਕ 'ਚ ਹੋਣ ਦੇ ਸਾਈਨ ਕਰ ਦਿੰਦੇ ਆ, ਪਰ ਉੱਪਰ ਰਾਸ਼ਟਰਪਤੀ ਜੀ ਕੋਲ ਜਾਊਗਾ ਜਦੋਂ ਇਹ ਮਸਲਾ, ਉਹ ਕਦੇ ਨਹੀਂ ਸਾਈਨ ਕਰਨਗੇ, ਉਹ ਮੋਦੀ ਦੇ ਮਗਰ ਲੱਗਣਗੇ। ਤਾਂ ਫੇਰ ਕੀ ਹੋਣਾ ਹੈ?
ਇਹਨਾਂ ਨੇ ਸਾਡੇ ਜਿਹੜੀ ਜਦੋਂ ਸਾਰੀ ਸਰਕਾਰ ਜਿਹੜੀ ਹੈ ਸਾਡੇ ਨਾਲ ਹੋ ਗਈ, ਸਾਰੀਆਂ ਪਾਰਟੀਆਂ ਕਿਸਾਨਾਂ ਦੇ ਨਾਲ ਹੋ ਗਈਆਂ, ਤਾਂ ਸੈਂਟਰ ਗੌਰਮੈਂਟ ਵੱਲੋਂ ਜਿਹੜੀ ਕੀ ਹੈ ਕਾਂਗਰਸ ਪਾਰਟੀ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰੂਗੀ। ਸੋ ਕੈਪਟਨ ਸਾਹਿਬ ਨੇ ਕਿਹਾ ਵੀ ਅਸਤੀਫਾ ਮੇਰੀ ਜੇਬ ਦੇ ਵਿੱਚ ਹੈ। ਸੋ ਬਹੁਤ ਵਧੀਆ ਚੰਗੀ ਗੱਲ ਹੈ। ਕੈਪਟਨ ਸਾਹਿਬ ਅੱਗੇ ਵੀ 3 ਵਾਰੀ ਅਸਤੀਫਾ ਦੇ ਚੁੱਕਿਆ, ਪਰ ਅਸਤੀਫਾ ਜੇਬ 'ਚ ਨਾ ਰੱਖਿਆ ਕਰੋ। ਅਸਤੀਫਾ ਦੇਣ ਦੀ ਬਜਾਏ ਠੋਕ ਕੇ ਡਟਵਾਂ। ਤੁਹਾਡੇ ਕੋਲ ਅੱਜ ਪਾਵਰ ਹੈ ਤੇ ਪਾਵਰ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰੋ, ਔਰ ਪਾਵਰ ਦੇ ਨਾਲ ਹੀ ਸਾਰਾ ਕੁਝ ਹੋਣਾ। ਜਿਸ ਤਰ੍ਹਾਂ ਅੱਜ ਤੁਸੀਂ ਬੜੀ ਸੋਚ ਸਮਝ ਕੇ ਸਾਰਿਆਂ ਨੂੰ ਇਕਮੁੱਠ ਹੋ ਕੇ, ਆਹ ਹੁੰਦੀ ਪਾਵਰ 1 ਤੇ 1 11 ਦੀ। ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਤਾਂ ਤੁਹਾਡੀ ਜਿਹੜੀ ਤਾਕਤ ਬਣੀ ਹੈ, ਔਰ ਇਹਦੇ ਨਾਲ ਦਿੱਲੀ ਦੀਆਂ ਜੜ੍ਹਾਂ ਹਿੱਲ ਜਾਣੀਆਂ ਨੇ। ਪੰਜਾਬ ਦੇ ਨੌਜਵਾਨੋ, ਇਹਨਾਂ ਨੇ ਰਾਸ਼ਟਰਪਤੀ ਰਾਜ ਇਸ ਤਰ੍ਹਾਂ ਲਾਗੂ ਕਰਨਾ ਹੈ। ਦੂਜਾ ਤੁਹਾਨੂੰ ਦੱਸ ਦਈਏ ਵੀ ਰਾਸ਼ਟਰਪਤੀ ਰਾਜ ਮੇਰੇ ਮੁਤਾਬਕ ਇਹਨਾਂ ਕਿਵੇਂ ਲਾਗੂ ਕਰਨਾ ਹੈ। ਜੇਕਰ ਰਾਜਪਾਲ ਇਸ ਬਿੱਲਾਂ ਤੇ ਸਾਈਨ ਨਹੀਂ ਕਰਦਾ, ਦੂਜੇ ਪਾਸੇ ਆ ਜਾਓ, ਨਹੀਂ ਕਰਦਾ ਤਾਂ ਸਵੇਰੇ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਣੀ ਹੈ, ਉਹਦੇ ਵਿੱਚ ਸੰਘਰਸ਼ ਨੂੰ ਲੱਗਦਾ ਹੋਰ ਤਿੱਖਾ ਕੀਤਾ ਜਾਊਗਾ, ਸੰਘਰਸ਼ ਹੋਰ ਅੱਗੇ ਲਿਜਾਇਆ ਜਾਊਗਾ। ਤਾਂ ਜਦੋਂ ਕੀ ਹੋਣਾ ਹੈ, ਫਿਰ ਕੈਪਟਨ ਸਾਹਿਬ ਨੇ ਵੀ ਜਿਹੜਾ ਕਹਿ ਦੇਣਾ ਹੈ ਵੀ ਮੇਰੇ ਵੱਸੋਂ ਜਿਹੜੀ ਗੱਲ ਬਾਹਰ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਹੈ। ਉਧਰਲੇ ਪਾਸਿਓਂ ਫਿਰ ਜਿਹੜੀ ਇਹ ਸੈਂਟਰ ਹੈ, ਦਿੱਲੀ ਹੈ, ਉਸ ਨੇ ਕੈਪਟਨ ਸਾਹਿਬ ਨੂੰ ਬਰਖਾਸਤ ਕਰਕੇ ਉਸ ਨੇ ਰਾਸ਼ਟਰਪਤੀ ਰਾਜ ਫਿਰ ਲਾਗੂ ਕਰਨਾ ਹੈ। ਪਰ ਆਪਾਂ ਸ਼ਾਂਤੀਪੂਰਵਕ ਕਿਸੇ ਤਰ੍ਹਾਂ ਦੀ ਕੋਈ ਵੀ ਹੁੱਲੜਬਾਜ਼ੀ ਨਹੀਂ ਕਰਨੀ ਹੈ, ਕਿਉਂਕਿ ਆਪਾਂ ਜਿੱਤ ਵੱਲ ਪਹੁੰਚ ਰਹੇ ਹਾਂ, ਔਰ ਜਿੱਤ ਤੁਹਾਡੇ ਕਦਮਾਂ ਦੇ ਵਿੱਚ ਚੱਲ ਕੇ ਆਊਗੀ। ਜਿਵੇਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ, ਰਾਜਨੀਤਿਕ ਲੋਕ ਇਕੱਠੇ ਹੋ ਗਏ ਨੇ, ਇੱਕ ਵਾਰੀ ਆਪਸੀ ਰਾਜਨੀਤੀ ਭੁੱਲ ਜਾਓ, ਵੋਟਾਂ ਦੀ ਸਿਆਸਤ ਭੁੱਲ ਜਾਓ। ਜਿਵੇਂ ਤੁਸੀਂ ਇਕੱਠੇ ਹੋ ਤੇ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਨੌਜਵਾਨਾਂ ਨੂੰ, ਕਿਸਾਨਾਂ ਨੂੰ ਪ੍ਰੇਰਿਤ ਕਰ ਦਿਓ ਵੀ ਭਾਈ ਇਕੱਠੇ ਹੋ ਜਾਓ। ਤਾਂ ਮੈਂ ਕਹਿੰਦਾ ਵੀ ਥੋੜੇ ਦਿਨਾਂ ਦੇ ਵਿੱਚ ਦਿੱਲੀ ਆ ਤੁਹਾਡੇ ਅੱਗੇ ਗੋਡੇ ਟੇਕ ਜੂਗੀ। ਪਰ ਜੇ ਤੁਸੀਂ ਦਿੱਲੀ ਵਿੱਚੋਂ ਕੋਈ ਗਦਾਰ ਹੁਣ ਕੋਈ ਗਦਾਰ ਨਾ ਨਿਕਲਿਆ, ਜੇ ਤੁਹਾਡੇ ਚੋਂ ਹੁਣ ਕੋਈ ਲੀਡਰ ਨੇ ਕਿਸੇ ਤਰ੍ਹਾਂ ਦੀ ਗਦਾਰੀ ਵਿਖਾਈ ਜਾਂ ਕਿਸੇ ਤਰ੍ਹਾਂ ਨੇ ਕੁਛ ਚਾਲ ਚੱਲਣ ਦੀ ਕੋਸ਼ਿਸ਼ ਕੀਤੀ, ਪੰਜਾਬ ਦੇ ਲੋਕ, ਪੰਜਾਬ ਦੇ ਨੌਜਵਾਨ, ਪੰਜਾਬ ਦੇ ਕਿਸਾਨ ਉਹਨੂੰ ਬਰਦਾਸ਼ਤ ਨਹੀਂ ਕਰਨੇ। ਇਹ ਗੱਲ ਸਾਡੀ ਹੋਂਦ ਦੀ ਹੈ, ਗੱਲ ਸਾਡੀ ਜ਼ਮੀਨ ਦੀ ਹੈ, ਸਾਡੀ ਇੱਜ਼ਤ ਦੀ ਹੈ, ਸਾਡੀ ਭਵਿੱਖ ਦੀ ਹੈ, ਸਾਡੇ ਆਉਣ ਵਾਲੇ ਬੱਚਿਆਂ ਦੀ ਗੱਲ ਹੈ, ਸਾਡਾ ਪੰਜਾਬ ਦੀ ਧਰਤੀ ਦੀ ਗੱਲ ਹੈ। ਹੁਣ ਬੜਾ ਵਧੀਆ ਇਕਜੁੱਟ ਹੋਣ ਦਾ ਸਾਨੂੰ ਸਮਾਂ ਮਿਲਿਆ। ਪਰ ਦੇਖੋ, ਜੰਮੂ ਕਸ਼ਮੀਰ ਵਾਲਿਆਂ ਨੇ ਵੀ ਇਕੱਠੇ ਹੋ ਕੇ ਇਸ ਚੀਜ਼ ਨੂੰ ਸੋਚਿਆ ਜਦੋਂ ਸਾਰਾ ਕੁਝ ਗਵਾ ਲਿਆ। ਅੱਜ ਸਾਡੇ ਪੰਜਾਬ ਦੇ, ਚਲੋ ਸਿਆਣੇ ਕਹਿੰਦੇ ਵੀ ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ। ਬੜੀ ਵਧੀਆ ਗੱਲ ਹੈ। ਇਸੇ ਤਰ੍ਹਾਂ ਜੇ ਤੁਸੀਂ ਏਕੇ ਦਾ ਸਬੂਤ ਦਿਓ ਨਾ, ਤੇ ਤੁਹਾਨੂੰ ਜਿੰਨੀਆਂ ਤੁਸੀਂ ਸਿਆਸੀ ਪਾਰਟੀਆਂ, ਰਾਜਨੀਤਿਕ ਲੋਕ ਜੇ, ਤੁਹਾਡੇ ਨਾਲ ਪਿੰਡਾਂ ਵਾਲੇ ਨੌਜਵਾਨ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਗੇ। ਜਿੱਥੇ ਲੋੜ ਹੋਈ ਤੁਹਾਡੇ ਨਾਲ ਚੱਲਾਂਗੇ, ਜਿੱਥੇ ਲੋੜ ਹੋਈ ਅੱਗੇ ਮੋਹਰੀ ਹੋ ਕੇ ਤੁਹਾਡੇ ਨਾਲ ਲੜਾਈ ਲੜਾਂਗੇ, ਪੰਜਾਬ ਦੇ ਹੱਕਾਂ ਦੀ ਖਾਤਰ, ਪੰਜਾਬ ਦੀ ਕਿਸਾਨੀ ਦੀ ਖਾਤਰ। ਸੋ ਜਿੰਨੇ ਭਰਾ ਤੁਸੀਂ ਵੇਖ ਰਹੇ ਹੋ, ਜਿਹੜੇ ਵੀ ਪਿੰਡਾਂ ਦੇ ਵੇਖ ਰਹੇ ਹੋ, ਜਿਹੜੇ ਵੀ ਸ਼ਹਿਰਾਂ ਦੇ ਵਿੱਚ ਵੇਖ ਰਹੇ ਹੋ, ਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ, ਪੂਰੇ ਪੰਜਾਬ ਦੀ ਲੜਾਈ ਹੈ, ਪੂਰੀ ਆਪਣੇ ਪੰਜਾਬ ਦੇ ਹੱਕਾਂ ਦੀ ਲੜਾਈ ਹੈ। ਸੋ ਜਿਹੜੀਆਂ ਚੀਜ਼ਾਂ ਨੇ ਅੱਜ ਆਪਾਂ ਨੂੰ ਕਲੀਅਰ ਕਰ ਦਿੱਤਾ ਹੈ, ਆਉਣ ਵਾਲੇ ਸਮੇਂ 'ਚ ਤੁਹਾਨੂੰ ਸੁਚੇਤ ਰਹਿਣਾ ਪੈਣਾ ਹੈ। ਤੇ ਬੀਜੇਪੀ ਵਾਲਿਆਂ ਨੂੰ, ਇੱਕ ਬੀਜੇਪੀ ਦਾ ਮੈਨੂੰ ਨਾਂ ਪੂਰਾ ਨਹੀਂ ਪਤਾਗਾ, ਬੀਜੇਪੀ ਦਾ ਲੀਡਰ ਕਹਿ ਰਿਹਾ ਸੀ, ਗਰੇਵਾਲ ਉਹਦੇ ਨਾਂ ਦੇ ਪਿੱਛੇ ਲੱਗਦਾ ਹੈ, ਕਹਿੰਦਾ ਜੀ ਕਿਸਾਨ ਅੱਤਵਾਦੀ ਹੈ, ਇਹ ਗੁੰਡਾਗਰਦੀ ਕਰਦੇ ਪਏ ਆ। ਸਟੇਸ਼ਨਾਂ ਤੇ ਬਹਿ ਕੇ, ਟੋਲ ਪਲਾਜ਼ਿਆਂ ਤੇ ਬਹਿ ਕੇ ਉਹਨੂੰ ਮੈਂ ਦੱਸ ਦੇਣੀ ਚਾਹੁੰਦਾ ਕਿ ਅੱਜ ਤੇਰੀ ਬੀਜੇਪੀ ਕਿੱਥੇ ਗਈ ਹੈ, ਕਾਹਦੀ ਗੁੰਡਾਗਰਦੀ ਕਰਦੇ ਆ। ਉਹਨੇ ਕਿਹਾ ਵੀ ਸਾਨੂੰ ਇਹ ਰੋਕ ਨਹੀਂ ਸਕਦੇ ਪਿੰਡਾਂ ਦੇ ਵਿੱਚੋਂ ਆਉਣ ਲਈ, ਅਸੀਂ ਪਿੰਡਾਂ 'ਚ ਜਾਵਾਂਗੇ, ਰੈਲੀਆਂ ਕਰਾਂਗੇ। ਤਾਂ ਤੈਨੂੰ ਕੱਲ੍ਹ ਉਹਨਾਂ ਨੇ, ਕਿਸਾਨਾਂ ਨੇ ਦੱਸ ਦਿੱਤਾ ਸੀ ਵੀ ਘਰੋਂ ਬਾਹਰ ਨਿਕਲ, ਤੇ ਸੇ ਫਿਰ ਤੁਹਾਨੂੰ ਹੈਗਾ ਤਾਂ ਤੁਸੀਂ ਹੁਣ ਬਾਹਰ ਨਿਕਲੋਗੇ ਸੜਕਾਂ ਦੇ ਖੁਦ ਜ਼ਿੰਮੇਵਾਰ ਹੋਗੇ। ਗਰੇਵਾਲ, ਤੈਨੂੰ ਸੋਚ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੇਰੇ ਸਿਰ ਦੇ ਉੱਪਰ ਦਸਤਾਰ ਹੈ, ਅਸੀਂ ਉਸ ਚੀਜ਼ ਦੀ ਕਦਰ ਕਰਦੇ ਹਾਂ। ਇਹ ਦਸਤਾਰ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਨੇ ਬਖਸ਼ੀ ਸੀ, ਤੇਰੀ ਉਸ ਚੀਜ਼ ਦੀ ਕਦਰ ਆ। ਪਰ ਜਦੋਂ ਤੂੰ ਦਸਤਾਰ ਨੂੰ ਲਾਜ ਲਾਏਗਾ ਤਾਂ ਤੇਰਾ ਵੀ ਜਿਹੜਾ ਆ ਪੂਰਾ ਬਾਈਕਾਟ ਕੀਤਾ ਜਾਊਗਾ। ਤੂੰ ਜਿਹੜੇ ਇਹਨਾਂ ਦੇ ਬੀਜੇਪੀ ਦੇ ਟੁਕੜਿਆਂ ਤੇ ਪਲਦਾ ਪਿਆ, ਤੂੰ ਵੀ ਗਦਾਰ ਹੋਏਗਾ ਪੰਜਾਬ ਦਾ, ਔਰ ਪੰਜਾਬ ਦੇ ਲੋਕ ਤੈਨੂੰ ਕਦੇ ਨਹੀਂ ਬਖਸ਼ਣਗੇ। ਤੂੰ ਕਹਿੰਦਾ ਅਸੀਂ ਪਿੰਡਾਂ 'ਚ ਬਣਾਂਗੇ, ਸਾਨੂੰ ਰੋਕ ਕੇ ਵਿਖਾਉਣਗੇ। ਤੂੰ ਸਵੇਰੇ ਲੰਘ ਕਿੱਥੋਂ ਲੰਘਣਾ? ਸਾਡੇ ਅਸੀਂ ਜਲਾਲਾਬਾਦ, ਇਹ ਸਾਡੇ ਕੋਲ ਫਾਜ਼ਿਲਕਾ, ਜਲਾਲਾਬਾਦ ਦੇ ਕੋਲ ਟੋਲ ਪਲਾਜ਼ਾ ਮਾਮੂ ਜੀ, ਇਹ ਤੇ ਸਾਡੀ ਕਿਸਾਨ ਜਥੇਬੰਦੀ ਨੌਜਵਾਨ ਬੈਠੇ ਹੈ। ਉਧਰੋਂ ਸਾਡੇ ਥੇ ਕਲੰਦਰ ਨੌਜਵਾਨ ਬੈਠੇ ਹੈ, ਉਧਰੋਂ ਰਿਲਾਇੰਸ ਪੰਪ ਦੇ ਬੈਠੇ। ਲੈ ਤੂੰ ਆ ਜਾ, ਲੰਘ ਕੇ ਵਿਖਾ ਦੇ ਉੱਥੋਂ ਵੀ ਮੈਂ ਲੰਘਣ ਲੱਗਿਆ, ਤੇ ਤੈਨੂੰ ਮੰਨ ਜਾਗੇ ਕਿ ਤੂੰ ਬੀਜੇਪੀ ਦਾ ਵਾਕਈ ਹੋਗੇ, ਤੇ ਜਾਂ ਫਿਰ ਸਾਡਾ ਵੇਖ ਲਈ ਵੀ ਅਸੀਂ ਪੰਜਾਬ ਦੇ ਲਈ ਲੜਨ ਲਈ, ਮਰਨ ਲਈ ਕਿੰਨੇ ਕੁ ਤਿਆਰ ਬੈਠੇ ਆ। ਭਰਾਵੋ ਜਿੰਨੇ ਵੇਖ ਰਹੇ ਜੇ, ਹੁਣ ਤੁਹਾਨੂੰ ਇਕੱਠੇ ਹੋਣਾ ਪੈਣਾ ਜੇ ਹੁਣ ਵੀ, ਹੁਣ ਅੱਗੇ ਤੁਹਾਡਾ ਦੋਸ਼ ਸੀ, ਅੱਗੇ ਨੌਜਵਾਨਾਂ ਦਾ ਤੇ ਕਿਸਾਨਾਂ ਦਾ ਦੋਸ਼ ਸੀਗਾ
कि सरकार ਜਿਹੜੇ ਰਾਜਨੀਤਿਕ ਲੋਕ ਨੇ ਰੋਟੀਆਂ ਸੇਕਦੇ ਪਏ ਆ ਇਹ ਇਕੱਠੇ ਨਹੀਂ ਹੁੰਦੇ ਪਏ। ਅੱਜ ਬੜੀ ਵਧੀਆ ਇਸ ਚੀਜ਼ ਦਾ ਮੈਸੇਜ ਪਹੁੰਚਿਆ ਹੈ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬੈਂਸ ਭਰਾ ਲੋਕ ਭਲਾਈ ਪਾਰਟੀ ਜਿਹੜੀ ਉਹਨਾਂ ਦੀ ਆ, ਕਾਂਗਰਸ, ਅੱਜ ਸਾਰੇ ਇੱਕ ਮੁੱਠ ਇਕਜੁੱਟ ਹੋ ਕੇ ਉਹਨਾਂ ਨੇ ਚੈਲੰਜ ਕਰਤਾ ਸੈਂਟਰ ਨੂੰ। ਤੇ ਸਾਡਾ ਵੀ ਫਰਜ਼ ਬਣਦਾ ਹੈ, ਸਾਡਾ ਵੀ ਹੱਕ ਬਣਦਾ ਕਿ ਅਸੀਂ ਪਿੰਡਾਂ ਦੇ ਵਿੱਚ ਜਿਹੜੀ ਨਿੱਕੀ ਨਿੱਕੀ ਰਾਜਨੀਤਿਕ ਦੇ ਆਪਸ ਦੇ ਵਿੱਚ ਸ਼ਰੀਕੇਬਾਜ਼ੀ ਵਾਲੀ ਰਾਜਨੀਤੀ ਜਿਹੜੀ ਕਰਦੇ ਆ ਉਹਨੂੰ ਭੁੱਲ ਕੇ ਇੱਕ ਮੰਚ ਤੇ ਸਵੇਰ ਤੋਂ ਨਾਲ ਲਿਓ, ਸਾਥ ਦਿਓ, ਇਕੱਠੇ ਹੋ ਜਾਓ। ਜੇਕਰ ਤੁਸੀਂ ਇਕੱਠੇ ਹੁਣ ਨਾ ਹੋਏ ਤਾਂ ਤੁਹਾਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ ਜਾਊਗੀ। ਔਰ ਬੀਜੇਪੀ ਤੋਂ ਬਚ ਕੇ ਰਿਹਾ ਜੇ, ਬੀਜੇਪੀ ਤੋਂ ਲਾਲਚ ਤੋਂ ਬਚ ਕੇ ਰਿਹਾ ਜੇ, ਔਰ ਬੀਜੇਪੀ ਵਾਲਿਆਂ ਦੇ ਚਾਲਾਂ ਤੋਂ ਬਚ ਕੇ ਰਿਹਾ ਜੇ। ਇਹਨਾਂ ਨੇ ਤੁਹਾਨੂੰ ਕਿਤੇ ਨਾ ਕਿਤੇ ਢਾਹ ਤੁਹਾਡੇ ਸੰਘਰਸ਼ ਨੂੰ ਲਾ ਦੇਣੀ ਹੈ, ਤੁਹਾਡੇ ਧਰਨਿਆਂ ਦੇ ਵਿੱਚ। ਸੋ ਜਿਹੜੀਆਂ ਗੱਲਾਂ ਕੈਪਟਨ ਸਾਹਿਬ ਕਹਿ ਰਹੇ ਸੀਗੇ ਕਿ ਬਿਜਲੀ ਦੇ ਲਈ ਕੋਲਾ ਨਹੀਂ ਹੈ, ਖਾਦ ਵਾਸਤੇ ਆ, ਕਿਸਾਨ ਜਥੇਬੰਦੀਆਂ ਦੀ ਬੜੀ ਦੂਰ ਅੰਦੇਸ਼ੀ ਸੋਚ ਦੇ ਨਾਲ ਸਵੇਰੇ ਮੀਟਿੰਗ ਕਰਨੀ ਆ। ਬਿੱਲਾਂ ਦੀਆਂ ਕਾਪੀਆਂ ਜਦੋਂ ਵੇਖਣਗੀਆਂ ਉਹ ਦੱਸਣਗੀਆਂ ਵੀ ਇਹ ਬਿੱਲ ਸਾਡੇ ਹਿੱਤ ਵਿੱਚ ਫਿਰ ਵੀ ਸਹੀ ਨੇ ਕਿ ਨਹੀਂ। ਉਹ ਫੈਸਲਾ ਸਵੇਰੇ ਕਰਾਂਗੇ, ਕਿਉਂਕਿ ਪਹਿਲਾਂ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ। ਪਰ ਜੇ ਤੁਸੀਂ ਹੁਣ ਇਕੱਠੇ ਹੋ, ਪਰ ਤੁਹਾਡਾ ਦਿਲ, ਮਨਸ਼ਾ ਤੁਹਾਡੀ ਸਹੀ ਹੋਣੀ ਚਾਹੀਦੀ ਹੈ। ਕਿਤੇ ਫਿਰ ਨਾ ਚਾਲ ਖਿੜ ਜਿਆ ਜੇ, ਫਿਰ ਤੁਹਾਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕ ਤੁਹਾਨੂੰ ਕਦੇ ਨਹੀਂ ਮਾफ़ ਕਰਨਗੇ। ਤੁਸੀਂ ਰਾਜ ਕਰਨਾ ਪੰਜਾਬ ਤੇ। ਇੱਕ ਮੈਂ ਹੋਰ ਗੱਲ ਬੜੀ ਵਧੀਆ ਸੁਣੀ ਹੈ, ਜਿਹੜੀ ਸੁਖਪਾਲ ਸਿੰਘ ਖਹਿਰਾ ਜੀ ਨੇ ਗੱਲ ਕੀਤੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ, ਜੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਹੈ, ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਉਹ ਪੰਜਾਬ ਦੀ ਖੇਤਰੀ ਪਾਰਟੀ ਹੀ ਕਰੂਗੀ। ਉਹ ਖੇਤਰੀ ਪਾਰਟੀ ਹੀ ਕਰ ਸਕਦੀ ਹੈ। ਜਿਹੜੀ ਦਿੱਲੀ ਦੇ ਵਿੱਚ ਜਿਹਦਾ ਬਟਨ ਹੋਊਗਾ, ਜਿਹਦੀ ਵਾਗ ਡੋਰ ਹੋਊਗੀ, ਉਹ ਕਦੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰੂਗੀ। ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਬੀਜੇਪੀ ਪਾਰਟੀ ਹੈ, ਚਾਹੇ ਕੋਈ ਹੋਰ ਜਿੰਦਾ ਦਿੱਲੀ 'ਚ ਬਟਨਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਦੀ ਖੇਤਰੀ ਪਾਰਟੀ ਇੱਕ ਇਹੋ ਜਿਹੀ ਕਾਮਯਾਬ ਕਰਨੀ ਚਾਹੀਦੀ ਹੈ। ਔਰ ਉਹਨੂੰ ਇਹ ਸੋਚਣਾ ਚਾਹੀਦਾ ਕਿ ਜੇ ਮੈਨੂੰ ਲੋਕਾਂ ਨੇ ਅੱਗੇ ਲਿਆਂਦਾ ਤੇ ਮੈਂ ਲੋਕਾਂ ਦੇ ਹੱਕਾਂ ਲਈ ਲੜਾਂ। ਸੋ ਸਾਡੀਆਂ ਖੇਤਰੀ ਪਾਰਟੀਆਂ ਕਾਮਯਾਬ ਹੋਣਗੀਆਂ ਤਾਂ ਹੀ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਾਂਗੇ। ਜਦੋਂ ਸਾਡੇ ਬਟਨ ਸੈਂਟਰ 'ਚ ਹੋਏ, ਸਾਡੀਆਂ ਤਾਰਾਂ ਸੈਂਟਰ 'ਚ ਹੋਈਆਂ ਤਾਂ ਸਾਨੂੰ ਬੜੀ ਮੁਸ਼ਕਿਲ ਹੋ ਜਾਣੀ ਹੈ। ਪਰ ਹੁਣ ਲੱਗਦਾ ਹੈ, ਵੇਖੋ ਹੁਣ ਕੱਲ੍ਹ ਨੂੰ ਕੀ ਹੋਣ ਜਾ ਰਿਹਾ ਹੈ ਔਰ ਕੱਲ੍ਹ ਨੂੰ ਕੀ ਹੋ ਰਿਹਾ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਕੀ ਚਾਲ ਚੱਲਦੀ ਹੈ। 6 ਵਜੇ ਮੈਨੂੰ ਲੱਗਦਾ ਅੱਜ ਮੋਦੀ ਨੇ ਹੋਣਾ ਸੀਗਾ ਲਾਈਵ। ਸੋ ਅਸੀਂ ਆਪਣੀ ਗੱਲ ਆਪਣੇ ਭਰਾਵਾਂ ਤੱਕ ਕਰਨ ਲਈ, ਮੈਸੇਜ ਦੇਣ ਲਈ ਇਸ ਗੱਲ ਤੇ ਅਸੀਂ ਤਾਂ ਅੱਜ ਹੋਈ ਸਾਰਿਆਂ ਨਾਲ ਗੱਲ ਸਾਂਝੀ ਕਰ ਰਹੇ ਹਾਂ ਵੀ ਭਰਾਵੋ ਹੁਣ ਤਗੜੇ ਹੋ ਜਾ ਜੇ। ਜੇ ਰਾਜਨੀਤਿਕ ਲੋਕ ਇਕੱਠੇ ਹੋ ਗਏ ਨੇ ਤਾਂ ਤੁਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ? ਪਿੰਡਾਂ ਦੇ ਵਿੱਚੋਂ ਜਿੱਥੇ ਤੁਹਾਡੇ ਨੇੜੇ ਧਰਨੇ ਲੱਗੇ ਕਿਉਂ ਨਹੀਂ ਜਾ ਸਕਦੇ? ਦਿਨੇ ਨਹੀਂ ਜਾ ਸਕਦੇ, ਤੁਹਾਨੂੰ ਨਹੀਂ ਕੰਮ ਕਾਰ ਹੈਗਾ, ਨਾ ਜਾਓ। ਤੁਹਾਨੂੰ ਕੋਈ ਕਹਿੰਦਾ ਰਾਤ ਨੂੰ ਉੱਥੇ ਜਾ ਕੇ ਬੈਠੋ, ਰਾਤ ਨੂੰ ਜਾ ਕੇ ਵਿਚਾਰਾਂ ਸਾਂਝੀਆਂ ਕਰੋ। ਪਿੰਡਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਇਕਾਈਆਂ ਕਿਉਂ ਨਹੀਂ ਬਣਾਉਂਦੇ? ਬਣਾਓ। ਅਹੁਦੇਦਾਰੀਆਂ ਦੀ ਭੁੱਖ ਨਹੀਂ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਕਈ ਲੋਕ ਨੇ ਜਿਹੜੇ ਅਹੁਦੇਦਾਰੀਆਂ ਦੀ ਖਾਤਰ ਨਾਲ ਜੁੜਨਾ ਚਾਹੁੰਦੇ ਆ। ਅਸੀਂ ਅਹੁਦੇਦਾਰੀਆਂ ਨਹੀਂ ਲੈਣੀਆਂ ਚਾਹੁੰਦੇ। ਅਸੀਂ ਪੰਜਾਬ ਦੇ ਲਈ ਲੜਾਂਗੇ, ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ। ਸਾਨੂੰ ਅਹੁਦੇਦਾਰੀਆਂ ਦੀ ਲੋੜ ਨਹੀਂ ਹੈ। ਦਿਨ ਪਰ ਰਾਤ, ਦਿਨੇ ਵੀ ਤੇ ਰਾਤ ਵੀ ਅਸੀਂ ਇਸੇ ਤਰ੍ਹਾਂ ਇਸ ਸੰਘਰਸ਼ ਦੇ ਵਿੱਚ ਵੱਧ ਚੜ ਕੇ ਇਹ ਕਿਸੇ ਲਈ ਨਹੀਂ ਲੜ ਰਹੇ। ਇਹ ਅਸੀਂ ਆਪਣੇ ਲਈ, ਖੁਦ ਲਈ ਲੜ ਰਹੇ ਹਾਂ, ਆਪਦੀ ਜ਼ਮੀਨ ਲਈ ਲੜ ਰਹੇ ਹਾਂ, ਆਪਦੀ ਖੇਤੀ ਲਈ ਲੜ ਰਹੇ ਹਾਂ, ਆਪਦੇ ਖੇਤਾਂ ਲਈ ਲੜ ਰਹੇ ਹਾਂ, ਆਪਦੇ ਪਰਿਵਾਰ ਲਈ ਲੜ ਰਹੇ ਹਾਂ। ਇਹ ਗੱਲ ਹਰ ਇੱਕ ਨੂੰ ਸੋਚ ਲੈਣੀ ਚਾਹੀਦੀ ਹੈ। ਕਈ ਕੀ ਕਹਿੰਦੇ ਆ, ਹਸਾਨ ਕਰਦੇ ਆ ਵੀ ਅਸੀਂ ਕਿਸਾਨਾਂ ਦੇ ਵਾਸਤੇ ਲੜ ਰਹੇ ਹਾਂ, ਕਿਸਾਨਾਂ ਲਈ ਨਹੀਂ, ਅਸੀਂ ਖੁਦ ਲਈ, ਆਪਣੇ ਆਪ ਲਈ ਲੜ। ਹਾਂ, ਜਿੰਨੀਆਂ ਜਥੇਬੰਦੀਆਂ ਨੇ ਉਹ ਇੱਕ ਪਲੇਟਫਾਰਮ ਹੁੰਦਾ ਹੈ। ਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਇਹ ਤੁਹਾਨੂੰ ਮੈਂ ਦੱਸ ਦਿਆਂ। ਕੱਲਾ ਬੰਦਾ ਨਹੀਂ ਕੁਝ ਕਰ ਸਕਦਾ, ਪਰ ਜਦੋਂ ਉਹਦੇ ਨਾਲ ਖੜ ਜੀ ਇੱਕ ਪਲੇਟਫਾਰਮ, ਜਿੰਨੀਆਂ ਜਥੇਬੰਦੀਆਂ ਨੇ, ਜਿੰਨੀਆਂ ਯੂਨੀਅਨਾਂ ਨੇ, ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਪੰਜਾਬ ਦੀਆਂ ਸਾਡੀਆਂ, ਇੱਕ ਪਲੇਟਫਾਰਮ ਆ ਇਕੱਠੇ ਹੋ ਗਏ, ਇਕੱਠਿਆਂ ਦੀ ਆਵਾਜ਼ ਬੁਲੰਦ ਕਰਨ ਦਾ। ਦੇਖੋ ਅੱਜ ਜੇ ਪੰਜਾਬ ਦੇ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋਈਆਂ ਤਾਂ ਕਿੰਨੀ ਉਹਨਾਂ ਦੇ ਵਿੱਚ ਖੁਸ਼ੀ ਵਾਲੀ ਗੱਲ ਹੈ ਕਿ ਰਾਜਪਾਲ ਨੂੰ ਜਾ ਕੇ ਮਿਲੇ। ਔਰ ਕੈਪਟਨ ਸਾਹਿਬ ਇਹ ਕਹਿ ਰਹੇ ਸੀ ਕਿ ਸੈਂਟਰ ਜੇਕਰ ਪੰਜਾਬ ਦੀ ਆਵਾਜ਼ ਨੂੰ ਦਬਾਊਗਾ ਤੇ ਅਸੀਂ ਕਿਸਾਨਾਂ ਦੇ ਨਾਲ ਸਿੱਧੇ ਹੋ ਕੇ ਲੜਾਂਗੇ। ਤਾਂ ਸਾਰੇ ਭਰਾਓ ਇਸੇ ਤਰ੍ਹਾਂ ਤਗੜੇ ਹੋ ਜਾਓ, ਕਿਉਂਕਿ ਤੁਹਾਨੂੰ ਪਤਾ ਹੈ ਵੀ ਮੋਦੀ ਬੰਦਾ ਬਹੁਤ ਸਿਰੇ ਦਾ ਢੀੜ ਤੇ ਜਿੱਦਲ ਬੰਦਾ ਜੇ। ਮੰਨਣਾ ਉਹਨੇ ਕੋਨੀ ਜੇ ਛੇਤੀ। ਜੇ ਅੱਗੇ ਕਿਸਾਨਾਂ ਨਾਲ, ਸਾਡਿਆਂ ਨਾਲ ਉਹਨੇ ਕੁਝਾ ਮਜ਼ਾਕ ਕੀਤਾ, ਉਹਦਾ ਜਿਹੜੀ ਉਹਨੂੰ ਹਰਜਾਨਾ ਭੁਗਤਣਾ ਪੈਣਾ ਹੈ। ਤੇ ਹੁਣ ਤੁਸੀਂ ਸੰਕੇਤ ਤੁਹਾਨੂੰ ਮਿਲ ਚੁੱਕੇ ਨੇ। ਕੈਪਟਨ ਸਾਹਿਬ ਨੇ ਸੰਕੇਤ ਦਿੱਤੇ ਹੈ, ਸ਼੍ਰੋਮਣੀ ਅਕਾਲੀ ਦਲ ਨੇ ਸੰਕੇਤ ਦਿੱਤੇ ਆ, ਆਮ ਆਦਮੀ ਪਾਰਟੀ ਨੇ ਵੀ ਸੰਕੇਤ ਦੇ ਦਿੱਤੇ ਆ, ਬਾਕੀ ਵੀ ਜਿੰਨੀਆਂ ਰਾਜਨੀਤਿਕ ਸਿਆਸੀ ਧਿਰਾਂ ਨੇ ਸੰਕੇਤ ਤੁਹਾਨੂੰ ਮਿਲ ਰਿਹਾ ਹੈ ਵੀ ਆਉਣ ਵਾਲੇ ਹਾਲਾਤ ਕੀ ਹੋਣੇ ਆ। ਪਰ ਅਸੀਂ ਨਹੀਂ ਚਾਹੁੰਦੇ। ਮਸਾਂ ਅਸੀਂ ਜਾ ਕੇ ਪੰਜਾਬ ਸਾਡਾ ਆਬਾਦ ਹੋਇਆ ਹੈ, ਪੰਜਾਬ ਦੇ ਵਿੱਚ ਤਰੱਕੀ ਹੋਣ ਜਾ ਰਹੀ ਹੈ। ਔਰ ਇਹ ਜਿਹੜੀਆਂ ਇਹਨਾਂ ਦੀਆਂ ਕੁਝੀਆਂ ਚਾਲਾਂ ਨੇ ਸੈਂਟਰ ਦੀਆਂ, ਬੀਜੇਪੀ ਦੀਆਂ, ਇਹ ਸਾਡੇ ਪੰਜਾਬ ਨੂੰ ਫਿਰ ਪਿੱਛੇ ਅੱਗ ਦੇ ਵਿੱਚ ਝੋਕਣਾ ਚਾਹੁੰਦੀਆਂ। ਪਰ ਅਸੀਂ ਇਹਨਾਂ ਨੂੰ ਉਸ ਅੱਗ ਦੇ ਵਿੱਚ ਆਪਣੇ ਪੰਜਾਬ ਨੂੰ ਨਹੀਂ ਝੋਕਣ ਦਿਆਂਗੇ। ਪੰਜਾਬ ਦੇ ਵਿੱਚੋਂ ਇਨਕਲਾਬ ਦੀ ਨਹਿਰ ਪੰਜਾਬ 'ਚੋਂ ਉੱਠੀ ਹੈ, ਆਜ਼ਾਦੀ ਦੀ ਲਹਿਰ ਪੰਜਾਬ 'ਚੋਂ ਉੱਠੀ ਹੈ। ਇਹ ਫਿਰ
फिर इस तरह लहरां ਜਿਹੜੀਆਂ ਉੱਠਦੀਆਂ ਰਹਿਣੀਆਂ ਨੇ। ਪੰਜਾਬ ਦੇ ਨੌਜਵਾਨ ਹੁਣ ਜਿਨ੍ਹਾਂ ਨੂੰ ਨਸ਼ਿਆਂ ਵਾਲੇ ਕਿਹਾ ਜਾਂਦਾ ਸੀ, ਨਸ਼ੇੜੀ ਕਿਹਾ ਜਾਂਦਾ ਸੀ, ਅੱਜ ਉਹਨਾਂ ਨੂੰ ਨਸ਼ਿਆਂ ਦੀ ਤੋੜ ਭੁੱਲ ਗਈ ਹੈ। ਅੱਜ ਉਹ ਕਿਤੇ ਨਸ਼ਾ ਨਹੀਂ ਕਰ ਰਹੇ, ਕਿਤੇ ਟੀਕਾ ਨਹੀਂ ਲਾ ਰਹੇ, ਕੁਛ ਨਹੀਂ। ਅੱਜ ਉਹ ਬੈਠੇ ਨੇ ਕਿਸਾਨਾਂ ਦੇ ਨਾਲ ਜਾ ਕੇ, ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਨੇ ਤੇ ਰਾਤ ਤੁਸੀਂ ਜਾ ਕੇ ਵੇਖ ਲਓ ਟੋਲ ਪਲਾਜ਼ਿਆਂ ਤੇ, ਰੇਲਵੇ ਲਾਈਨਾਂ ਤੇ ਅਗਲਿਆਂ ਨੂੰ 20-20 ਦਿਨ ਹੋ ਗਏ ਅੱਜ ਨਾਲ ਡਟੇ ਖਲੋਤੇ ਨੇ। ਸੋ ਇਸ ਕਰਕੇ ਇਸੇ ਤਰ੍ਹਾਂ ਆਪਾਂ ਸਾਰੇ ਜੇ ਇਕੱਠੇ ਹੋ ਜਾਈਏ, ਇਕਜੁੱਟ ਹੋ ਜਾਈਏ, ਤਾਂ ਮੈਂ ਕਹਿੰਦਾ ਅੱਜ 20 ਦਿਨ ਹੈਗੇ, ਆਉਣ ਵਾਲੇ 20 ਦਿਨਾਂ ਤੋਂ ਪਹਿਲਾਂ ਦਿੱਲੀ ਤੁਹਾਡੇ ਆਪਣੇ ਗੋਡੇ ਨਾ ਟੇਕੇ। ਤਾਂ ਮੈਂ ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦਾ, ਪਰ ਕਿਤੇ ਮਨਸ਼ਾ ਸਹੀ ਲੈ ਕੇ ਚੱਲਿਆ ਜੇ, ਦਿਲ ਦੇ ਵਿੱਚ ਦਿਲ ਤੁਹਾਡਾ ਸਾਫ਼ ਹੋਣਾ ਚਾਹੀਦਾ ਹੈ, ਸੋਚ ਤੁਹਾਡੀ ਚੰਗੀ ਹੋਣੀ ਚਾਹੀਦੀ ਹੈ, ਤਾਂ ਉਸ ਹਿਸਾਬ ਨਾਲ ਜਿੱਤ ਹੋਣੀ ਜੇ। ਪਰ ਕਿਤੇ ਨਾ ਕਿਤੇ ਲਾਲਚ ਵਸ ਜਾਂ ਕਿਤੇ ਚੌਧਰਾਂ ਦੀ ਖਾਤਰ ਜਾਂ ਕਿਤੇ ਅਹੁਦੇਦਾਰੀਆਂ ਦੀ ਖਾਤਰ ਗਦਾਰੀ ਨਾ ਕਰਿਆ ਜੇ। ਪਿੰਡਾਂ ਦੇ ਵਿੱਚ ਵੀ ਜਿਹੜੇ ਲੋਕ ਆ ਜਿਹੜੇ ਧਰਨਿਆਂ ਤੇ ਬੈਠੇ ਆ, ਬੜਾ ਵਧੀਆ ਸਾਥ ਦੇ ਰਹੇ ਆ ਇੱਕ ਦੂਜੇ ਦੇ ਨਾਲ, ਕੋਈ ਉੱਚੀ ਨੀਵੀਂ ਗੱਲ ਨਹੀਂ ਕਰ ਰਿਹਾ, ਸਾਰੇ ਇੱਕੋ ਗੱਲ ਤੇ ਅੜੇ ਆ ਵੀ ਇਹ ਬਿੱਲ ਅਸੀਂ ਤਿੰਨੋਂ ਵਾਪਸ ਕਰਾਉਣੇ ਆ ਤੇ ਕਰਾ ਕੇ ਰਹਿਣਾ ਆ, ਚਾਹੇ ਜੋ ਕੁਛ ਮਰਜ਼ੀ ਹੋ ਜਾਵੇ। ਸੋ ਮੇਰੇ ਭਰਾਵੋ, ਕੱਲ ਦਾ ਜਿਹੜਾ ਦਿਨ ਹੈ, ਅੱਜ ਦਾ ਇਤਿਹਾਸਕ ਦਿਨ ਹੈ, ਕੱਲ ਨੂੰ ਵੀ ਜਿਹੜੇ ਅਜੇ ਰਹਿ ਗਏ ਆ ਕੁਛ ਬਿੱਲ, ਉਹ ਤੁਹਾਨੂੰ ਸਾਰੇ ਪਤਾ ਲੱਗ ਜਾਣੇ ਆ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਜਾਣੀ ਹੈ। ਇਸ ਤੋਂ ਬਾਅਦ ਤੁਹਾਡੇ ਲਈ ਫਿਰ ਰਾਹ ਜਿਹੜਾ ਆ ਇੱਕ ਸਾਹਮਣੇ ਆ ਜਾਣਾ ਹੈ, ਗੱਲ ਆਰ ਪਾਰ ਦੀ ਤੁਹਾਨੂੰ ਪਤਾ ਲੱਗ ਜਾਣੀ ਹੈ। ਸੋ ਤਗੜੇ ਹੋ ਜਾਓ ਪਿੰਡਾਂ ਦੇ ਨੌਜਵਾਨੋ, ਪਿੰਡਾਂ ਦੇ ਕਿਸਾਨੋ, ਇਕੱਠੇ ਹੋ ਜਾਓ ਸਾਰੇ ਤੇ ਫਲੈਕਸ ਬਣਾ ਲਓ, ਬੋਰਡ ਬਣਾ ਲਓ ਤੇ ਉੱਤੇ ਬੀਜੇਪੀ ਦਾ ਬਾਈਕਾਟ ਲਾ ਕੇ ਪਿੰਡਾਂ 'ਚ ਲਾ ਦਿਓ ਬਾਹਰ, ਜਿੱਥੋਂ ਸੜਕਾਂ ਆਉਂਦੀਆਂ ਨੇ, ਵੀ ਬੀਜੇਪੀ ਵਾਲਾ ਜੇ ਪਿੰਡ 'ਚ ਵੜਿਆ ਉਹਦਾ ਖੁਦ ਜ਼ਿੰਮੇਵਾਰ ਹੋਊਗਾ। ਅਸੀਂ ਨਹੀਂ ਵੜਨ ਦਿਆਂਗੇ ਪਿੰਡਾਂ ਦੇ ਵਿੱਚ। ਜੇ ਪਿੰਡਾਂ 'ਚ ਵੜਨ ਜੋਗੇ ਰਹਿਣਾ ਹੈ ਨਾ, ਤੇ ਇਹ ਬਿੱਲ ਤੁਸੀਂ ਤਾਂ ਹੁਣ ਕੁਛ ਕਰਨਾ ਹੀ ਨਹੀਂ। ਤੁਸੀਂ ਸਾਡੇ ਅੱਜ ਮੀਟਿੰਗ 'ਚ ਹੀ ਨਹੀਂ ਪਹੁੰਚੇ, ਉੱਥੇ ਇਜਲਾਸ ਦੇ ਵਿੱਚ ਨਹੀਂ ਪਹੁੰਚੇ, ਤੁਸੀਂ ਸਾਡੇ ਕਿੱਧਰੋਂ ਕਿਸਾਨ ਤੈਸ਼ੀ ਹੋ ਗਏ। ਹੁਣ ਉਹਨਾਂ ਦੇ ਮੂੰਹ ਤੇ ਚਪੇੜ ਅੱਜ ਬੜੀ ਉਹਨਾਂ ਨੇ ਗੱਲ ਕੀਤੀ ਸੀ, ਬੜੀ ਵਧੀਆ, ਕਹਿੰਦੇ ਵੀ ਅੱਜ ਜਿਹੜੀ ਹੈ ਨਾ ਸੈਂਟਰ ਦੀ ਸਰਕਾਰ ਦੇ ਉੱਪਰ ਪੰਜਾਬ ਦੀ ਸਿਆਸੀ ਪਾਰਟੀਆਂ ਇਕੱਠੇ ਹੋ ਗਏ, ਇੱਕ ਮੂੰਹ ਤੇ ਚਪੇੜ ਮਾਰੀ ਹੈ ਔਰ ਉਹਨੂੰ ਸਬਕ ਸਿਖਾਇਆ ਹੈ ਕਿ ਠੀਕ ਅਸੀਂ ਰਾਜਨੀਤੀ ਕਰਦੇ ਹਾਂ, ਪੰਜਾਬ 'ਚ ਰਹਿੰਦੇ ਹਾਂ, ਪਰ ਜੇ ਤੂੰ ਪੰਜਾਬ ਦੇ ਵਾਸਤੇ ਮਾੜੀ ਸੋਚ ਸੋਚੀ ਤਾਂ ਅਸੀਂ ਫਿਰ ਇਕੱਠੇ ਹੋ ਕੇ ਪੰਜਾਬ ਬਚਾਵਾਂਗੇ, ਪੰਜਾਬ ਲਈ ਲੜਾਂਗੇ। ਸੋ ਇਸ ਗੱਲ ਲਈ ਸਾਨੂੰ ਵੀ ਆਪਣੇ ਪੰਜਾਬ ਤੇ ਪੰਜਾਬੀਆਂ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਭਰਾਵੋ ਜੇ ਅੱਜ ਇਕੱਠੇ ਹੋ ਗਏ, ਇੱਕਰਾ ਪੰਜਾਬ ਨੂੰ ਬਚਾ ਲਿਆ, ਪੰਜਾਬ ਦੀ ਹੋਂਦ ਬਚ ਗਈ, ਤਾਂ ਆਪਾਂ ਸਾਰਿਆਂ ਨੇ ਇੱਥੇ ਵਸਣਾ, ਇੱਥੇ ਸਾਰਿਆਂ ਨੇ ਰਾਜ ਕਰਨਾ, ਰਾਜਨੀਤਿਕ ਪਾਰਟੀਆਂ ਵੀ ਇੱਥੇ ਰਹਿਣੀਆਂ ਨੇ, ਫਿਰ ਜਿਵੇਂ ਮਰਜ਼ੀ ਆਪਾਂ ਕਰੇ ਚੱਲੀਏ। ਪਰ ਅੱਜ ਵੇਲਾ ਆ ਗਿਆ ਜੇ, ਅੱਜ ਟਾਈਮ ਆ ਗਿਆ ਜੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦਾ, ਇੱਕ ਦੂਜੇ ਦੇ ਸਾਥ ਦੇਣ ਦਾ। ਅਸੀਂ ਇਹ ਨਹੀਂ ਕਹਿੰਦੇ ਅਸੀਂ ਹਥਿਆਰਾਂ ਦੀ ਗੱਲ ਕਰਦੇ ਹਾਂ ਜਾਂ ਕੁਛ ਕਰਦੇ ਹਾਂ, ਅਸੀਂ ਲੜਾਂਗੇ ਤਰੀਕੇ ਨਾਲ, ਦਿਮਾਗ ਦੇ ਨਾਲ, ਸੋਚ ਦੇ ਨਾਲ। ਸੋ ਇਹ ਲੜਾਈ ਜਿਹੜੀ ਹੈ ਆਰ ਪਾਰ ਦੀ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਰਿਜ਼ਲਟ ਨਿਕਲਦਾ ਹੈ ਔਰ ਇਹਦੇ ਲਈ ਸਾਨੂੰ ਕੀ ਕਰਨਾ ਪੈਣਾ ਹੈ, ਬੜੀ ਦੂਰ ਅੰਦੇਸ਼ੀ ਸੋਚ ਦੇ ਨਾਲ ਸੋਚਣਾ ਪੈਣਾ ਹੈ। ਇੱਕ ਮੁੱਠ ਇਕਜੁੱਟ ਹੋ ਕੇ ਅਸੀਂ ਲੜਾਈ ਲੜਾਂਗੇ। ਸੋ ਮੇਰੇ ਭਰਾਵੋ, ਮੈਂ ਤੁਹਾਨੂੰ ਵਾਰ-ਵਾਰ ਇਹੀ ਅਪੀਲ ਕਰਦਾ ਕਿ ਕਿਸੇ ਦੇ ਉੱਤੇ ਅਸੀਂ ਪਹਿਲੇ ਦਿਨ ਤੋਂ ਮੈਂ ਇਹੀ ਗੱਲ ਕਹਿੰਦਾ ਆ ਰਿਹਾ ਵੀ ਭਰਾਵੋ, ਜਿੰਨੀਆਂ ਸਿਆਸੀ ਪਾਰਟੀਆਂ ਨੇ, ਜਿੰਨੀਆਂ ਰਾਜਨੀਤਿਕ ਪਾਰਟੀਆਂ ਹੈ, ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨੀ, ਤਾਂ ਆਪਸੀ ਦੂਸ਼ਣਬਾਜ਼ੀ ਪਹਿਲਾਂ ਛੱਡ ਦਿਓ। ਪਹਿਲਾਂ ਕਈ ਦਿਨਾਂ ਦਾ ਚੱਲਿਆ ਸੀ ਮਸਲਾ, ਸਿਆਸੀ ਰੋਟੀਆਂ ਬੜੀਆਂ ਸੇਕੀਆਂ ਜਾ ਰਹੀਆਂ ਸੀ, 2022 ਦੇ ਇਲੈਕਸ਼ਨ ਬਾਰੇ ਗੱਲਾਂ ਹੋ ਰਹੀਆਂ ਸੀ, ਪਰ ਉਹ ਗੱਲਾਂ ਨਾ ਕਰੋ। ਅਸੀਂ ਪਹਿਲੇ ਦਿਨੋਂ ਹੀ ਮੈਂ ਕਹਿੰਦਾ ਆ ਰਿਹਾ ਵੀ ਭਰਾਵੋ, ਆਪਸ 'ਚ ਇੱਕ ਰਾਜਨੀਤੀ ਛੱਡ ਦਿਓ। ਤੁਸੀਂ ਅਜੇ ਬੜਾ ਸਮਾਂ ਪਿਆ 2022 ਦੀਆਂ ਵੋਟਾਂ 'ਚ, ਪਰ ਉਦੋਂ ਪਹਿਲਾਂ ਜਿਵੇਂ ਤੁਸੀਂ ਅੱਜ ਇਕੱਠੇ ਹੋਏ ਨਾ, ਕਾਸ਼ ਕਿਤੇ ਪਹਿਲਾਂ ਇਕੱਠੇ ਹੋ ਜਾਂਦੇ ਹੋ ਤੇ ਅੱਜ ਦਿਨ ਇਹ ਨਹੀਂ ਸੀ ਹੋਣੇ, ਅੱਜ ਦਿਨ ਹੋਰ ਹੋਣੇ ਸੀ। ਪਰ ਹੁਣ ਫਿਰ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅੱਜ ਵੀ ਤਗੜੇ ਹੋ ਜਾਓ, ਸਾਰੇ ਰਲ ਕੇ ਇਕੱਠੇ ਹੋ ਜਾਈਏ। ਅਸੀਂ ਤੁਹਾਨੂੰ ਸ਼ਵਾਸ਼ਨ ਦਿਵਾਉਣੇ ਆ, ਇੱਕ ਕਿਸਾਨ ਹੋਣ ਦੇ ਨਾਂ ਤੇ, ਨੌਜਵਾਨ ਹੋਣ ਦੇ ਨਾਂ ਤੇ, ਇੱਕ ਫੈਡਰੇਸ਼ਨ ਦੇ ਜ਼ਿੰਮੇਵਾਰ ਹੋਣ ਦੇ ਨਾਂ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਤੁਹਾਡੇ ਨਾਲ ਲੜਾਂਗੇ, ਜਿੱਤ ਵੱਲ ਵਧਾਂਗੇ। ਜਿੱਥੇ ਲੋੜ ਪੈਂਦੀ ਹੈ ਦਿਨੇ ਰਾਤ ਇੱਕ ਕਰ ਦਿਆਂਗੇ ਆਪਣੇ ਪੰਜਾਬ ਦੇ ਵਾਸਤੇ, ਆਪਣੇ ਪੰਜਾਬ ਦੇ ਲਈ, ਆਪਣੇ ਲਈ ਮੈਂ ਕਹਿੰਦਾ ਪਿਆ, ਕਿਸੇ ਲਈ ਨਹੀਂ, ਆਪਣੇ ਲਈ ਇੱਕ ਦਿਨ ਰਾਤ ਇੱਕ ਕਰਕੇ ਇਸ ਲੜਾਈ ਦੇ ਵਿੱਚ ਮੂਹਰੇ ਹੋ ਕੇ ਰੋਲ ਅਦਾ ਕਰਾਂਗੇ। ਕਿਸੇ ਦੀ ਸਾਨੂੰ ਕੋਈ ਅਹੁਦੇਦਾਰੀਆਂ ਦੀ ਭੁੱਖ ਨਹੀਂ, ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ। ਕਈਆਂ ਦੇ ਦਿਲ ਦੇ ਵਿੱਚ ਗੱਲ ਹੈ ਵੀ ਖਰੇ ਇਹਨਾਂ ਨੇ ਚੌਧਰਾਂ ਲੈਣੀਆਂ ਨੇ, ਲੀਡਰੀਆਂ ਕਰਨੀਆਂ, ਇਹੋ ਜੀ ਕੋਈ ਗੱਲ ਨਹੀਂ ਹੈ। ਜਦੋਂ ਬੰਦੇ ਦੇ ਜਜ਼ਬੇ ਸਹੀ ਹੋਣਾ ਚਾਹੀਦਾ, ਦਿਲ ਸਾਫ਼ ਹੋਣਾ ਚਾਹੀਦਾ, ਮਿਹਨਤ ਹੋਣਾ ਚਾਹੀਦਾ ਹੈ, ਅਹੁਦੇਦਾਰੀਆਂ ਤੇ ਜਿਹੜੀਆਂ ਜਿਵੇਂ ਕਹਿ ਲਈਏ ਇਹ ਆਪਣੇ ਆਪ ਚੱਲ ਕੇ ਆ ਜਾਂਦੀਆਂ।
क्योंकि असी इहो जिहियां चीज़ां दा सानू कोई लालच नहीं। सानू साडा पहला पंजाब है, असी पंजाब दी धरती लई लड़ांगे। जे ठोकर तख्ता ताजा दी गल हुंदी तां सानू शहीद भगत सिंह जी नूं की लोड़ सी, मुख मंत्री सिद्धा बन सकदे सी। शहीद राजगुरू सुखदेव, करतार सिंह सराभा, शहीद उधम सिंह की लोड़ सी उन्हां नूं जानां वारन दी। साडे संतां नूं की लोड़ सी शहीदियां पाउण दी, बहुत कुछ मिलदा सी। पर नहीं, इन्हां चीज़ां नूं नहीं, सानू पहला पंजाब आ, असी पंजाब दे लई लड़ने आ। सानू किसी तरह की लोड़ नहीं। पूरे मेरे नौजवान जिन्ने मेरे वीर मेरे नाल जुड़े आ, तुहानूं अपील करदा मैसेज नूं अगे तो अगों एक दूजे नाल वध तो वध शेयर करया करो, इकट्ठे होण दी गल करया करो। चार भरा बैठे उच्ची नीवीं गल हो जांदी है, उहनूं जर लिया करो, कोई गल नहीं। और जिन्नी जथेबंदी है साडी, साडे नौजवान ने जिहड़े वो दिन पर रात एक करके बैठे हुए ने। सो बड़ा धन्नवाद है, बड़ा माण महसूस हुंदा है। ਜਿਹੜੇ ਸਾਡੀਆਂ ਸੰਘਰਸ਼ ਨੂੰ ਕੁਝੀਆਂ ਚਾਲਾਂ ਚੱਲਣ ਵਾਲੇ ਵੀਰ ਨੇ, ਉਹ ਉਹਨਾਂ ਦਾ ਵੀ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਉਹਨਾਂ ਨੂੰ। ਅਸੀਂ ਹੁਣੇ ਚਾਲ ਨਹੀਂ ਚੱਲਣ ਦੇਵਾਂਗੇ ਕਿਸੇ ਦੀ ਵੀ। ਅਸੀਂ ਆਪਣੇ ਪੰਜਾਬ ਦੇ ਲਈ, ਆਪਣੀ ਜ਼ਮੀਨ ਦੇ ਲਈ ਖੜੇ ਆ, ਖੜੇ ਰਵਾਂਗੇ। ਲੋਕਾਂ ਨੂੰ ਪ੍ਰੇਰਿਤ ਕਰਾਂਗੇ। ਚਾਹੇ ਕਿਸੇ ਦੀ ਸਾਡੇ ਨਾਲ ਦੁਸ਼ਮਣੀ ਹੈ, ਉਹਨੂੰ ਕਹਾਂਗੇ ਭਰਾਵਾ जे सियासी पार्टियां एक हो गई तो चल नाल आ चलीए, इत्थे घरे बैठिया कुछ नहीं बननागा, नाल चल उत्थे। जे तेरे दिल च कोई गल हैगी, बाद दियां गल्लां ने, पर पहलां अज बड़ा जरूरी जे पंजाब नूं बचाउणा मेरे भरावो, इकट्ठे हो जाओ सारे रल मिल के। सो मैं तां अज तुहाडे नाल शाम नूं विचार साझे कीते। मैं सवेर दा अज मैं अपने उस धरने ते नहीं गया क्योंकि देख रहे सी भी सानूं पता भी लगे। मैं तुहानूं एक गल होर दस दियां, ये जरूरी है फेसबुक टीवी दे उपर बैठ के सुनिया करो, वेख्या करो की हो रहा है, की चालां चल रही ने। सानू पता होना चाहिए अज साडे नाल की हो रहा है, पिछे की वापरिया सी, आने वाले समय में सानू संकेत की मिल रहा भी साडे नाल की होना आ। मैं अज तां सुबह तो इस चीज़ नूं अज मैं घरे बैठा, मैं नहीं गया अज धरने ते, इस गल दा मैं रात नूं भी नहीं जा रहा गा। तो मैं इस करके देखिया सीगा सवेर तो लैके जिहड़ियां चीज़ां दा पता लगे मैं तुहाडे नाल तां साझीआं कीतीआं क्योंकि तुसीं मेरे वीर मेरे नाल बहुत जुड़े हो। मैं तुहाडा धन्नवाद करदा, तुसीं टाइम कढ के वीडियो देखदे जे, लाइव च जुड़ जांदे हो, अगे शेयर करदे हो, अपने विचार साझे हुंदे आ। जदों विचार साझे हुंदे आ, 1000 बंदा आपां नूं देखदा है, उहदे विचों 100 ते असर हुंदा है, 100 ते नहीं असर हुंदा तां 10 ते असर हुंदा है, 10 ते नहीं होगा तो 1 ते असर होगा। वो अपने नाल तुरूगा, अपने नाल खड़ूगा, उहनूं जाग लगूगी कि पंजाब दी गल करनी है, पंजाबीयत नूं बचाउण दी गल करनी है। इस करके तुहाडे नाल विचार साझे कीते है। जिथे किते लोड़ होई, जिथे किते भी लोड़ जाण दी पैंदी है, चलांगे दिन भर रात आपां इकट्ठे हो चलीए। सो मेरे भरावो मैं तुहानूं वार-वार इक्को अपील करदा है, हुण अपना वेला आ गया है, समा आ गया है। उत्तों जिमें कह लीए अपनियां सियासी पार्टियां भी एक होईयां, हुण असीं सियासी पार्टियां नूं भी कहने आ। अज तुहाडे ते बड़ा माण महसूस होया कि तुसीं इकट्ठे हो गए हो, पर किते ना किते ये ना होवे कि तुहानूं फिर विचों पाड़िया जावे जां रातों रात बड़ा कुछ हुंदा जे। इंटैलीजेंसियां बहुत कुछ करदियां ने, बड़े लालच दे देणगीਆਂ, बड़े तरह के तुहाडे ते दबाव पाउणगीਆਂ। बच जा जे तुहानूं कुर्बानियां देनियां पईयां, शहीदियां देनियां पईयां तो तुहाडा इतिहास च नां लिखिया जाना जे। पिछे ना हटिया जे, डरिया जे ना, हुण इकट्ठे हो के मोहरे हो के लड़िया जे लड़ाई। पंजाब दे सियासतदानों तुहाडे मोढियां ते अज बड़ा वड्डा भार है। जे तुसीं चाहो तां रातों रात दिल्ली दी इट नाल इट खड़का सकदे हो। पूरी तरह तुहाडे नाल पंजाब दे नौजवान, पंजाब दे किसान भी नाल खड़े आ। वो संघर्ष उन्हां दा हक है, वो बैठे ने अगले सारा दिन पर रात एक करके, तुहाडी भी जिम्मेवारी बनदी है। सो मेरे भरावो मैं तुहानूं यही अपील करदा, तुहाडे नाल कल नूं दिने जरूर जिथे साडा धरना उत्थे होवांगे तुहाडे नाल लाइव। बीजेपी का बिल्कुल बाईकाट कर दिओ, चाहे जो ना करना कर लेना, असीं खड़े हैं। बीजेपी का असीं पिंड दे विच, आपदे पिंड दे विच नहीं बंदा वड़न देगे। इस गल दी मैं उन्हां नूं चैलेंज करदा आ, पिंड च होवां और बीजेपी वाले का पता लग जाए पिंड च आए तो वह खुद जिम्मेवार होगा। इस गल की मैं गारंटी देना है। पिंड च ना होवां तो मगरों आ गए तो भावें उत्थे लग स्पीकर ला के चल जाए, साडे पिंड के नौजवान भी इस गल दे नाल सहमत होणगे। सो मैं तुहानूं यही अपील करदा, अपने अपने पिंडां दे विच बोर्ड ला दिओ, पिंडां दे विच इस गल दा सारिआं नूं नौजवानां नूं जागरूक कर दिओ, किसानां नूं भी बीजेपी वाले दा जिहड़ा किसान विरोधी चेहरा नंगा हो गया है, ये तुहानूं मारन लगे जे, तुहाडीआं जमीनां ते कब्जा करन लगे जे। जिहड़े इन्हां नूं आपां बिल्कुल पिंडां 'च नहीं वड़न देवांगे। जिन्ने भी बीजेपी दे लीडर ने इन्हां नूं सबक सिख लेना चाहिए है। जेकर तुसीं कोई गलत कदम उठाउंदे हो खुद जिम्मेवार होगे। और इन्हां ने राष्ट्रपति राज लागू कराउणा, बीजेपी वालिआं ने तगड़े हो जा जे, उस चीज़ का भी असीं सामना करांगे। जोश के नाल
ਹੋਸ਼ ਤੋਂ ਕੰਮ ਲੈ ਕੇ ਸਾਂਭਣਾ ਕਰਾਂਗੇ। ਸੋ ਮੇਰੇ ਵੀਰੋ ਇੰਨੀਆਂ ਤੁਹਾਡੇ ਨਾਲ ਬੇਨਤੀਆਂ ਕਰਦਾ, ਤਗੜੇ ਹੋ ਜਾ ਜੇ, ਜਿੱਥੇ ਵੀ ਕਿਤੇ ਬੈਠੇ ਹੋਏ ਜੇ, ਜਿਹੜੇ ਵੀ ਕਿਤੇ ਥਾਂ ਤੇ ਮੋਰਚਾ ਲਾ ਕੇ ਬੈਠੇ ਹੋ, ਧਰਨਾ ਲਾ ਕੇ ਬੈਠੇ ਹੋ, ਰੇਲਵੇ ਸਟੇਸ਼ਨ ਤੇ ਬੈਠੇ ਹੋ, ਜਾਂ ਤੁਸੀਂ ਟੋਲ ਪਲਾਜ਼ਿਆਂ ਤੇ ਬੈਠੇ ਹੋ, ਰਿਲਾਇੰਸ ਪੰਪ ਤੇ ਬੈਠੇ ਹੋ, ਈਜੀ ਡੇ ਤੇ ਬੈਠੇ ਹੋ, ਜਾਂ ਸ਼ੰਭੂ ਬਾਰਡਰ ਤੇ ਵੀ ਬੈਠੇ ਹੋ, ਲੜਾਈ ਸਾਰਿਆਂ ਦੀ ਇੱਕ ਹੈ। ਸਾਡੇ ਵਿੱਚ ਕੋਈ ਮੀਡੀਆ ਜਿਹੜਾ ਇਹੋ ਜਿਹੇ ਵੀਰ ਨੇ ਪੱਤਰਕਾਰ ਸਾਡੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਜਿਹੜੀ ਸਾਡੀ ਆਵਾਜ਼ ਠਾ ਦਿੱਤੀ, ਜਿਨ੍ਹਾਂ ਨੇ ਕੁਝ ਹੀ ਪੱਤਰਕਾਰ ਨੇ, ਜਿਵੇਂ ਅੱਜ ਮੈਂ ਵੀਡੀਓ ਦੇਖੀ ਹੈ, ਆਜ ਤੱਕ ਵਾਲਿਆਂ ਨੇ ਅੱਜ ਤੱਕ ਕਿਸਾਨੀ ਦੀ ਆਵਾਜ਼ ਦੀ ਗੱਲ ਨਹੀਂ ਕੀਤੀ, ਤੇ ਜਦੋਂ ਕਿਸਾਨ ਪਰਾਲੀ ਸਾੜਨ ਲੱਗੇ ਸੀ ਤੇ ਉਹਨਾਂ ਦੇ ਆ ਕੇ ਖੇਤਾਂ ਦੇ ਵਿੱਚ ਵੀਡੀਓ ਬਣਾਉਣ ਲੱਗ ਪਏ, ਖਬਰ ਲਾਉਣ ਲੱਗ ਪਏ, ਉਹਨਾਂ ਨੇ ਫੜ ਕੇ ਉੱਥੇ ਬੰਨ੍ਹ ਲਿਆ। ਉਹ ਮੈਂ ਇਸੇ ਤਰ੍ਹਾਂ ਹੀ ਕਹਿੰਦਾ ਆ, ਜੇ ਤੁਸੀਂ ਪੰਜਾਬ ਦੀ ਰਾਖੀ ਕਰਨੀ ਹੈ ਤਾਂ ਨੌਜਵਾਨਾਂ ਨੂੰ ਇਕੱਠੇ ਹੋਣਾ ਪੈਣਾ ਹੈ। ਉੱਥੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰਾਂ ਨੇ ਆਜ ਤੱਕ ਵਾਲਾ ਇੱਕ 2 ਜਣੇ ਨੂੰ, ਪੱਤਰਕਾਰ ਨੂੰ, ਬੀਬੀ ਨੂੰ ਫੜ ਲਿਆ, ਫਿਰ ਅਖੀਰੀ ਮਿੰਨਤਾਂ ਕੀਤੀਆਂ, ਮਾਫੀ ਮੰਗੀ, ਫਿਰ ਛੱਡਿਆ। ਇਹਨਾਂ ਨੂੰ ਸਾਡੀ ਅੱਗ ਲੱਗੀ ਦਿਸ ਜਾਂਦੀ ਹੈ ਇਹਨਾਂ ਨੂੰ। ਤੇ ਜਿਹੜਾ ਕਿਸਾਨ ਅੱਜ ਇੰਨੇ ਦਿਨਾਂ ਦਾ ਰੇਲਾਂ ਤੇ ਬੈਠਾ ਹੋਇਆ ਹੈ, ਪਟੜੀਆਂ ਤੇ ਬੈਠਾ ਹੋਇਆ ਹੈ, ਟੋਲ ਪਲਾਜ਼ਿਆਂ ਤੇ ਬੈਠਾ, ਦਿਨ ਰਾਤ ਬੱਚੇ ਬੈਠੇ ਆ, ਬੀਬੀਆਂ ਬੈਠੀਆਂ ਘਰ-ਬਾਰ ਛੱਡ ਕੇ, ਉਹ ਨਹੀਂ ਦਿਸਦਾ ਇਹਨਾਂ ਨੂੰ ਅੱਜ ਤੱਕ ਵਾਲਿਆਂ ਨੂੰ। ਇਹਨਾਂ ਨੂੰ ਸਾਡੀ ਅੱਗ ਲੱਗੀ ਦਿਸਦੀ ਹੈ। ਜੇਕਰ ਇਹੋ ਜਿਹਾ ਮੀਡੀਆ ਆਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਆ ਕੇ ਗਲਤ ਪ੍ਰਚਾਰ ਕਰਦਾ ਹੈ, ਕਈ ਲੋਕ ਇੱਥੇ ਵੀ ਸਾਡੇ ਕਰਦੇ ਆ, ਉਹਨਾਂ ਨੂੰ ਵੀ ਹੈ ਵੀ ਸਾਡੇ ਜਿਹੜੇ ਤਾਰ ਪਿੱਡੋ ਨਾ ਕਰੋ ਸੰਘਰਸ਼ ਨੂੰ, ਮੂੰਹ ਤੋੜਵਾਂ ਜਵਾਬ ਦਿਓ, ਜਿਵੇਂ ਉਹਨਾਂ ਨੌਜਵਾਨਾਂ ਨੇ ਮੀਡੀਆ ਵਾਲਿਆਂ ਨੂੰ ਬੰਨ੍ਹ ਲਿਆ ਸੀ। ਜਿਹੜੇ ਭਰਾ ਸਾਡੀ ਦਿਨੇ ਰਾਤ ਸਾਡੇ ਇੱਕ ਫੋਨ ਕਰਨ ਤੇ ਉਸੇ ਵੇਲੇ ਕਵਰਿੰਗ ਕਰਨ ਪਹੁੰਚ ਜਾਂਦੇ, ਸਾਡੀ ਬ੍ਰੇਕਿੰਗ ਨਿਊਜ਼ ਲਾਉਂਦੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਜਿਹੜੇ ਪੰਜਾਬ ਦੇ ਪੰਜਾਬੀ ਮੀਡੀਆ ਵਾਲੇ ਨੇ, ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ, ਉਹ ਦਿਨੇ ਰਾਤ ਆਪਦੀ ਮਿਹਨਤ ਕਰਦੇ ਆ, ਉਹਨਾਂ ਨੂੰ ਸਲੂਟ ਹੈ, ਉਹਨਾਂ ਨੂੰ ਸਲਾਮ ਹੈ। ਜਿਹੜੇ ਸਾਡੇ ਸੰਘਰਸ਼ ਨੂੰ ਤਾਰ ਪੀਡੋ ਕਰਦੇ ਆ, ਉਹਨਾਂ ਨੇ ਬੰਨਿਆ, ਅਸੀਂ ਬੰਨ ਕੇ ਤੁਹਾਨੂੰ ਸਬਕ ਸਿਖਾਵਾਂਗੇ। ਬੰਦੇ ਦੇ ਪੁੱਤ ਬਣ ਜਾਓ ਪੱਤਰਕਾਰ, ਜਿਹੜੇ ਉਹ ਟੀਵੀ ਚੈਨਲ ਵਾਲੇ ਹੋ। ਤੁਹਾਨੂੰ ਅੱਜ ਪੰਜਾਬ ਨਹੀਂ ਦਿਸਦਾ ਪਿਆ, ਇਹ ਪੰਜਾਬ ਉਹ ਜਿਨ੍ਹਾਂ ਦੀ ਰੋਟੀ ਜਿਹੜੇ ਤੁਸੀਂ ਆ ਪੀਜੇ 버ਗਰ ਖਾਂਦੇ ਜੇ, ਬ੍ਰੈਡ ਖਾਂਦੇ ਜੇ ਨਾ, ਇਹ ਪੰਜਾਬ ਦੀ ਜਿਹੜੀ ਕਣਕ ਤੋਂ ਹੀ ਬਣੇ ਹੋਏ ਨੇ। ਤੁਹਾਨੂੰ ਜਿਹੜੀਆਂ ਗੱਲਾਂ ਆਉਂਦੀਆਂ, ਤੁਸੀਂ ਸਾਡੇ ਸੰਘਰਸ਼ ਦੀ, ਤੁਹਾਨੂੰ ਆਪਣੀਆਂ ਖਬਰਾਂ ਤੁਸੀਂ TRP ਲੈਣ ਲਈ ਲਾਉਂਦੇ, ਕਿਸੇ ਨੇ ਲਾਈ ਹੈ, ਕਿਸੇ ਟੀਵੀ ਚੈਨਲ ਨੈਸ਼ਨਲ ਮੀਡੀਆ ਕਿਸੇ ਨੇ ਲਾਈ ਹੈ ਖਬਰ। ਅਸੀਂ ਧੰਨਵਾਦ ਕਰਦੇ ਸਾਡੇ ਪੰਜਾਬ ਦੇ ਮੀਡੀਆ ਵਾਲਿਆਂ ਦਾ, ਜਿਨ੍ਹਾਂ ਨੇ ਇਸ ਚੀਜ਼ ਨੂੰ ਬੜੀ ਆਵਾਜ਼ ਬੜੀ ਉੱਚੀ ਉਠਾਈ ਹੈ, ਔਰ ਬੜਾ ਧੰਨਵਾਦ ਕਰਦੇ ਜਿਹੜੇ ਦਿਨੇ ਰਾਤ ਗੱਡੀਆਂ ਦੇ ਇੱਕ ਹੋ ਕੇ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਸਾਡੀ ਬੁਲੰਦ ਕਰ ਰਿਹਾ। ਸੋ ਮੇਰੇ ਭਰਾਵੋ, ਫਿਰ ਮੈਂ ਤੁਹਾਨੂੰ ਲਾਸਟ ਵਾਰ ਇਹੀ ਕਹਿ ਰਿਹਾ, ਅੱਜ ਇਕੱਠੇ ਹੋ ਜਾਣਾ ਆ, ਇਕੱਠੇ ਹੋ ਕੇ, ਇੱਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਲੜਾਈ ਲੜਨੀ ਪੈਣੀ ਆ, ਤਾਂ ਜੋ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਤਿਹਾਸ ਰਚਿਆ ਜਾਣਾ ਹੈ, ਇਤਿਹਾਸਕ ਫੈਸਲੇ ਹੋਣੇ ਨੇ। ਇਹ ਇਤਿਹਾਸ ਦੇ ਵਿੱਚ ਇਸ ਚੀਜ਼ ਦੇ ਤੁਹਾਡੇ ਸਬੂਤ ਹੋਣਗੇ ਕਿ ਇੱਕ ਵੇਲਾ ਆਇਆ ਸੀ ਜਦੋਂ ਪੰਜਾਬ ਨੂੰ ਗੁਲਾਮ ਕਰਨ ਦਾ, ਤੇ ਉਦੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ, ਪੰਜਾਬ ਦੀਆਂ ਰਾਜਨੀਤਿਕ ਲੋਕ ਇਕੱਠੇ ਹੋ ਗਏ ਇੱਕ ਮੰਚ ਤੇ ਕਿਸਾਨ ਵੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ, ਉਹਨਾਂ ਨੇ ਆਪਣਾ ਪੰਜਾਬ ਬਚਾ ਲਿਆ। ਇਤਿਹਾਸ 'ਚ ਨਾਂ ਤੁਹਾਡਾ ਲਿਖਿਆ ਜੋ ਇੱਕ ਵਾਰੀ ਫਿਰ ਇਤਿਹਾਸ ਜਿਹੜਾ ਆ ਇਹ ਬਣਨ ਜਾ ਰਿਹਾ ਪੰਜਾਬ ਦਾ। ਔਰ ਮੈਂ ਤੁਹਾਨੂੰ ਅਪੀਲ ਕਰਦਾ ਆ, ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ, ਜਾਂਦਾ ਜਾਂਦਾ ਸਮਾਂ ਜ਼ਿਆਦਾ ਹੁੰਦਾ ਜਾਂਦਾ ਆ, ਰਾਤ ਵੀ ਕਾਫੀ ਹੋ ਗਈ ਹੈ, ਕਿ ਜਿਵੇਂ ਉਹ ਇੱਕ ਜੰਗਲ ਨੂੰ ਅੱਗ ਲੱਗੀ ਸੀ, ਤੇ ਉਹ ਜੰਗਲ ਨੂੰ ਅੱਗ ਲੱਗੀ ਤੇ ਇੱਕ ਵਿਚਾਰੀ ਚਿੜੀ ਚੁੰਝ ਭਰ ਕੇ ਦੂਰੋਂ ਜਾ ਕੇ ਇੱਕ ਬੂੰਦ ਪਾਣੀ ਦੀ ਸੁੱਟਦੀ ਸੀਗੀ, ਤੇ ਉਹ ਉੱਤੇ ਪਾ ਕੇ ਚਲੀ ਜਾਂਦੀ, ਲੋਕ ਵੇਖਦੇ ਸੀ, ਤੇ ਲੋਕਾਂ ਨੇ ਉਹਨੂੰ ਕਿਹਾ, ਉਹ ਚਿੜੀਏ, ਆ ਤੇਰੀ ਇੱਕ ਬੂੰਦ ਦੇ ਨਾਲ ਭਲਾ ਜੰਗਲ ਦੀ ਲੱਗੀ ਅੱਗ ਬੁਝਦੀ ਪਈ ਆ। ਤੇ ਉਸ ਦਾ ਜਵਾਬ ਸੁਣਿਓ ਕਿੰਨਾ ਵਧੀਆ। ਵੈਸੇ ਤੁਹਾਨੂੰ ਪਤਾ ਹੈ ਉਹਨੇ ਜਵਾਬ ਕੀ ਦਿੱਤਾ, ਕਿ ਜਦੋਂ ਮੈਂ ਉਸ ਮਾਲਕ ਦੀ ਦਰਗਾਹ ਦੇ ਵਿੱਚ ਜਾਊਂਗੀ, ਜਦੋਂ ਮੇਰਾ ਹਿਸਾਬ ਕਿਤਾਬ ਹੋਊਗਾ, ਤਾਂ ਉੱਥੇ 3 ਲਾਈਨਾਂ ਲੱਗੀਆਂ ਹੋਣਗੀਆਂ, ਅੱਗ ਲਾਉਣ ਵਾਲਿਆਂ ਦੀ, ਇੱਕ ਪਾਸੇ ਅੱਗ ਬੁਝਾਉਣ ਵਾਲਿਆਂ ਦੀ, ਇੱਕ ਪਾਸੇ ਖੜ ਕੇ ਤਮਾਸ਼ਾ ਦੇਖਣ ਵਾਲਿਆਂ ਦੀ। ਤਾਂ ਚਿੜੀ ਨੇ ਕਿਹਾ ਸੀ, ਮੈਨੂੰ ਉਦੋਂ ਮਾਣ ਮਹਿਸੂਸ ਹੋਊਗਾ, ਉਦੋਂ ਇਤਿਹਾਸ 'ਚ ਮੇਰਾ ਨਾਂ ਲਿਖਿਆ ਜਾਊਗਾ ਕਿ ਮੈਂ ਅੱਗ ਬੁਝਾਉਣ ਵਾਲਿਆਂ ਦੀ ਲਾਈਨ ਦੇ ਵਿੱਚ ਖੜੀ ਹਾਂ। ਮੈਨੂੰ ਪਤਾ ਹੈ ਮੈਂ ਅੱਗ ਨਹੀਂ ਬੁਝਾ ਸਕਦੀ ਇੱਕ ਬੂੰਦ ਨਾਲ, ਤਾਂ ਪਰ ਮੈਂ ਅੱਗ ਬੁਝਾਉਣ ਵਾਲਿਆਂ ਦੀ ਲਾਈਨ 'ਚ ਖੜੀ ਹੋਊਗੀ, ਉਦੋਂ ਮੈਨੂੰ ਮਾਣ ਮਹਿਸੂਸ ਹੋਊਗਾ। ਤੁਸੀਂ ਉਸ ਚਿੜੀ ਤੋਂ ਸਬਕ ਸਿੱਖੋ। ਮੈਨੂੰ ਪਤਾ ਮੇਰੇ ਇਕੱਲੇ ਦੇ ਨਾਲ ਲੜਾਈ ਨਹੀਂ ਜਿੱਤੀ ਜਾਣੀ, ਸੰਘਰਸ਼ ਨਹੀਂ ਜਿੱਤਿਆ ਜਾਣਾਗਾ, ਨਹੀਂ ਮੈਂ ਇਕੱਲਾ ਲੜ ਸਕਦਾ, ਪਰ ਸਾਨੂੰ ਮਾਣ ਉਦੋਂ ਮਹਿਸੂਸ ਹੋਊਗਾ ਜਿੱਦਣ ਅਸੀਂ ਇਹ ਜੰਗ ਜਿੱਤੀ, ਜਿੱਦਣ ਸਾਡਾ ਇਤਿਹਾਸ ਬਣਿਆ ਕਿ ਇਹ ਉਸ ਇਤਿਹਾਸ ਦੇ ਵਿੱਚ ਅਸੀਂ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਖੜੇ ਹੋਵਾਂਗੇ। ਅਸੀਂ ਉਸ ਚੀਜ਼ ਦਾ ਮਾਣ ਮਹਿਸੂਸ ਕਰਾਂਗੇ। ਅੱਗ ਲਾਉਣ ਵਾਲੇ ਮੋਦੀ ਦੇ ਵਿੱਚ ਨਹੀਂ ਹੋਵਾਂਗੇ, ਜਿਹੜੇ ਪੰਜਾਬ ਦੇ BJP ਵਾਲੇ ਤਮਾਸ਼ਾ ਵੇਖਣ ਵਾਲੇ ਆ ਉਹਨਾਂ ਦੀ ਲਾਈਨ 'ਚ ਨਹੀਂ ਖੜਾਂਗੇ। ਅਸੀਂ ਕਿਸਾਨਾਂ ਦੀ, ਉਸ ਰਾਜਨੀਤਿਕ ਪਾਰਟੀਆਂ ਦੀ ਲਾਈਨ ਦੇ ਵਿੱਚ, ਉਸ ਨੌਜਵਾਨਾਂ ਦੀ ਲਾਈਨ 'ਚ ਖੜੇ ਹੋਵਾਂਗੇ ਜਿਹੜੇ ਪੰਜਾਬ ਦੀ ਅੱਗ ਬੁਝਾਉਣ ਵਾਸਤੇ ਹੈ। ਇਸ ਚੀਜ਼ ਦਾ ਮਾਣ ਮਹਿਸੂਸ ਕਰਕੇ ਦਿਮਾਗ 'ਚ ਸੋਚ ਲੈ ਕੇ ਘਰੋਂ ਚੱਲ ਪਿਓ, ਤੇ ਤਾਂ ਤੁਹਾਨੂੰ ਕਾਮਯਾਬੀ ਮਿਲਣੀ ਹੈ। ਲਹਿਰਾਂ ਬਣਨਗੀਆਂ, ਔਰ ਲਹਿਰਾਂ ਦਾ ਸਾਥ ਦਿਓ ਜਦੋਂ ਸਮਾਂ ਨਿਕਲਦਾ ਸਵੇਰੇ ਸ਼ਾਮ। ਸੋ ਮੇਰੇ ਵੀਰੋ, ਇੰਨੀ ਤੁਹਾਡੇ ਨਾਲ ਬੇਨਤੀ ਕਰਦਾ। ਸੋ ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਸਮਾਂ ਕੱਢਿਆ, ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਰਹੇ ਹੋ ਨਾਲ ਦੀ ਨਾਲ। ਸੋ ਬਹੁਤ ਬਹੁਤ ਧੰਨਵਾਦ। ਆਪਾਂ ਐਵੇਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਦੇ ਰਵਾਂਗੇ। ਸੋ ਆ ਤੁਸੀਂ ਦੇਖ ਲਓ ਸਾਡੇ ਨਾਲ ਨਿੱਕੇ ਨਿੱਕੇ ਨੌਜਵਾਨ ਵੀ ਨੇ, ਤੇ ਆਓ ਇੱਧਰ ਵੀ ਜਵਾਨੋ।
ਹਾਂਜੀ ਆ ਜਾਓ ਇੱਧਰ। ਇਹ ਸਾਡਾ ਆਉਣ ਵਾਲਾ ਪਿਆ ਮੋਦੀ ਮੁਰਦਾਬਾਦ, ਮੋਦੀ 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 ਮੋਦੀ। ਅਸੀਂ ਆਪਦੇ ਇਸ ਨੌਜਵਾਨਾਂ ਨੂੰ, ਇਹ ਬੱਚਿਆਂ ਨੂੰ ਅਸੀਂ ਇਹਨਾਂ ਦੇ ਵਿੱਚ ਇਹ ਚੀਜ਼ ਭਰਨੀ। ਇਹਨਾਂ ਨੂੰ ਪਤਾ ਹੈ ਵੀ ਇਹ ਸਵੇਰੇ ਇਹ ਆਪਣੇ ਧਰਨਿਆਂ ਤੇ ਜਾਂਦੇ ਆ। ਤੈਨੂੰ ਪਤਾ ਨਾ ਸਵੇਰੇ ਆਪਾਂ ਧਰਨੇ ਤੇ ਜਾਈਦਾ ਆ, ਠੀਕ ਹੈ ਨਾ। ਇਹ ਆ ਦੇਖ ਲਓ ਤੁਸੀਂ, ਅਸੀਂ ਐਵੇਂ ਨਹੀਂ ਕਹਿੰਦੇ ਕਿ ਸ਼ੇਰਾਂ ਦੀ ਕੌਮ ਪੰਜਾਬੀ ਹੈ। ਇਹ ਸ਼ੇਰਾਂ ਦੀ ਸਹੀ ਆ ਰਹੀ ਹੈ ਤੇ ਵੀਡੀਓ ਦੀ ਸਹੀ ਆ ਰਹੀ ਹੈ। ਮੋਦੀ 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 ਮੋਦੀ। ਅਸੀਂ ਮੋਦੀ ਦੀਆਂ ਜੜ੍ਹਾਂ ਲਾ ਦਿਆਂਗੇ, ਜੜ੍ਹਾਂ ਲਾ ਦਿਆਂਗੇ। ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ, ਠੀਕ ਹੈ ਨਾ। ਸੋ ਜਵਾਕਾਂ ਨੂੰ ਪਤਾ ਹੋਣਾ ਚਾਹੀਦਾ, ਤੁਹਾਡਿਆਂ ਨੂੰ ਵੀ, ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।